ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਣੋ ਕੈ ਕਰ ਪਾਪ ਸਮੂਹ ਨਾ ਭੇਟਨ ਪਾਵੈ। और की बात कहाँ कह तो सो पेट ही के पाट बीच बचावै। और की बात कहाँ कह तो सो पेट ही के पाट बीच बचावै। सतनाम श्री वाहिगुरु साहिब जीओ। ना जहरै दरी राखत रै तू रासत। हमै कोम बैराड हुक्मे मरासत। वाहिगुरु जी का खालसा वाहिगुरु जी की फतेह। सतगुरु जी की साजी नवाजी हुई गुरु खालसा साध संगत माई भाई। गुरु महाराज धन धन श्री गुरु ग्रंथ साहब जी की पवित्र पावन गोद का आप जी आनंद मान रहे हो। और सत्कारयोग ज्ञानी भगवंत सिंह जी के जथे पासों श्री कलगीधर महाराज सच्चे पातशाह जी का पावन इतिहास सरवण कर रहे सी। हर रोज़ संध्या के दीवान सजदे हैं। आप जी हाजरियां भरदे हो। श्री गुरु गोबिंद सिंह साहब महाराज कलगीधर जी द्वारा औरंगजेब वाल लिखी हुई चिट्ठी जफरनामा इस पावन पवित्र बाणी का साध संगत जी प्रवाह चल रहा है। जो सतगुरु जी ने औरंगजेब दियां करतूतां ਉਹਦੇ सामने ਜ਼ਾਹਰ कर ਦਿੱਤੀਆਂ ने, जग ਜ਼ਾਹਰ कर ਦਿੱਤੀਆਂ ने अपनी बाणी द्वारा। ਇਹ बड़ी वड्डी महान लिखत है। श्री दसम ग्रंथ साहब जी के पाठ की समाप्ति भी इसे बाणी नाल हुंदी है। सतगुरु जफरनामे दे विच औरंगजेब नूं कह रहे ने कि तू अपनियां खाधियां होइयां कसमां ते पूरा नहीं उतरिया और अजे भी तू कहना है कि साडे कोल आ जाओ, मेरे कोल आ जाओ। महाराज कहते जे तू चाहना है बई झगड़ा विचार नाल निपट सकता है, मसले हल हो सकते हैं, तो तू साडे कोल आ जा। के तशरीफ दर कसब है कांगड़ कुनद वजा बस मुलाकात बाहम शबद। तू इत्थे दीने कांगड़ तशरीफ लै आ। मालवे की धरती ते इत्थे आपां आमने सामने मुलाकात करांगे। जिहड़ियां गल्लां दे कोई मन विच भरम भुलेखे हन, कोई शंके हन, दूर हो जाणगे। औरंगजेब जे तू किते सानू पहलां भी मिल लैंदा, साडी गल नूं समझ लैंदा तां इन्ने कलेश नहीं सी होणे, क्योंकि गल सारी विचार नाल हल हो जांदी है। ਜਿਹੜੇ आपस ਵਿੱਚ ਸਾਡੇ ਤੇ ਤੁਹਾਡੇ 'ਚ ਫਰਕ ਪਏ ਹਨ ਉਹ ਤੀਸਰੇ ਲੋਕਾਂ ਨੇ ਪਾਏ ਹਨ। ਪਹਾੜੀ ਰਾਜਿਆਂ ਨੇ ਕਿਹਾ ਕੁਝ ਹੈ, ਕੀਤਾ ਕੁਝ ਹੈ, ਔਰ ਤੇਰੇ ਮਨ ਵਿੱਚ ਵੀ ਜੋ ਸ਼ੰਕੇ ਹਨ ਉਹ ਵੀ ਕੱਢ ਦਿਆਂਗੇ। ਤੂੰ ਸਾਹਮਣੇ ਤਾਂ ਆ ਇੱਕ ਵਾਰੀ। ਫਿਰ ਜੇ ਤੂੰ ਸੋਚੇ ਵੀ ਮੈਂ ਮਾਲਵੇ ਦੀ ਧਰਤੀ ਤੇ ਜਾਵਾਂਗਾ, ਮਲਵਈ ਜਾਂ ਪੰਜਾਬ ਦੇ ਲੋਕ ਮੈਨੂੰ ਮਾਰ ਦੇਣਗੇ, मेरी जान नूं खतरा है, मैं उत्थे नहीं आ सकता, तेरा ये बहाना भी ठीक नहीं। तू आ तां सही, तेरी जान दी राखी असी करांगे।
ਸੋ ਮਹਾਰਾਜ ਕਹਿੰਦੇ ਇਸ ਰਸਤੇ 'ਚ ਤੈਨੂੰ ਕੋਈ ਖਤਰਾ ਨਹੀਂ ਹੈ। ਕੀ ਕਹਿ ਰਹੇ ਨੇ ਸੁਣੋ ਪਿਆਰ ਨਾਲ, ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਗੋਂ ਤੋਂ ਹੀ। ਨਾ ਜਰੈ ਦਰੀ ਰਾਏ ਕੁਤਰੈ ਤੂ ਰਾਸਤ। ਇਸ ਰਾਹ ਤੇ ਤੈਨੂੰ ਕੋਈ ਖਤਰਾ ਨਹੀਂ, ਤੂੰ ਆ ਜਾ, ਸਾਰੇ ਰਸਤੇ ਤੇਰੀ ਹਿਫਾਜ਼ਤ ਅਸੀਂ ਕਰਾਂਗੇ। ਹਮੈ ਕੌਮ ਬੈਰਾਨ ਹੁਕਮੇ ਮਰਾਸਤ। ਜਿਹੜੀ ਕੌਮ ਬੈਰਾੜ ਇੱਥੇ ਮਾਲਵੇ 'ਚ ਰਹਿੰਦੀ ਹੈ, ਮਾਲਵੇ ਦੇ ਜਿਹੜੇ ਲੋਕ ਹਨ ਜਾਂ ਪੰਜਾਬ ਦੇ ਜਿਹੜੇ ਸਿੱਖ ਹਨ, ਸਾਰੇ ਮੇਰਾ ਹੁਕਮ ਮੰਨਦੇ ਹਨ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਬੜੀ ਸੋਹਣੀ ਕਵਿਤਾ ਹੈ। ਉਹ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੰਜਾਬ 'ਚ ਰਹਿਣ ਵਾਲਾ ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਸਿਰ ਝੁਕਾਏ ਬਿਨਾਂ ਨਹੀਂ ਰਹਿ ਸਕਦਾ। ਹਰ ਇਨਸਾਨ, ਹਰ ਬੰਦਾ, ਭਾਵੇਂ ਉਹ ਕੋਈ ਵੀ ਇਨਸਾਨ ਹੈ, ਪੰਜਾਬ ਵਾਲੇ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਤੇ ਮਹਾਰਾਜ ਕਹਿੰਦੇ ਹਮੈ ਕੌਮ ਬੈਰਾੜ। ਜਿੱਥੇ ਮਹਾਰਾਜ ਬੈਠੇ ਨੇ ਉੱਥੇ ਬੈਰਾੜਾਂ ਦਾ ਇਲਾਕਾ ਹੈ, ਮਾਲਵੇ ਦੇ ਦੀਨੇ ਕਾਂਗੜ ਦੀ ਧਰਤੀ ਤੇ। ਮਹਾਰਾਜ ਕਹਿੰਦੇ ਸਾਰੇ ਬਰਾੜ, ਸਾਰੇ ਮਾਲਵੇ ਦੇ ਸਿੱਖ ਸਾਡੇ ਹੁਕਮ ਵਿੱਚ ਹਨ। ਬਿਆਤਾ ਬਾਮਨ ਖੁਦ ਜ਼ਬਾਨੀ ਕੋਨੇ। ਮਹਾਰਾਜ ਕਹਿੰਦੇ ਆਪਾਂ ਬਹਿ ਕੇ ਗੱਲ ਕਰ ਲਈਏ ਆਮਣੇ ਸਾਹਮਣੇ। ਆਮਣੇ ਸਾਹਮਣੇ ਜ਼ੁਬਾਨੀ ਗੱਲਾਂ ਕਰਨ ਨਾਲ ਬੜੇ ਭੁਲੇਖੇ ਦੂਰ ਹੁੰਦੇ ਨੇ, ਸੁਣੀਆਂ ਸੁਣਾਈਆਂ ਗੱਲਾਂ ਨਾਲ ਭੁਲੇਖੇ ਪੈਂਦੇ ਨੇ। ਪਰ ਜਦੋਂ ਕੋਈ ਵਿਚਾਰ ਆਮਣੇ ਸਾਹਮਣੇ ਬਹਿ ਕੇ ਕਰੀਏ ਤਾਂ ਬਹੁਤ ਸਾਰੇ ਭਰਮ ਨਿਕਲ ਜਾਂਦੇ ਨੇ। ਬੇਰਵੈ ਸ਼ੁਮਾ ਮਿਹਰਬਾਨੀ ਕੋਨੇ। ਮਹਾਰਾਜ ਕਹਿੰਦੇ ਜਦੋਂ ਸਾਹਮਣੇ ਆ ਗਿਆ ਨਾ ਬਰੂਏ, ਤਾਂ ਅਸੀਂ ਤੇਰੀਆਂ ਸਾਰੀਆਂ ਭੁੱਲਾਂ ਮਾਫ ਵੀ ਕਰ ਦਿਆਂਗੇ। ਯਾਨੀ ਸਾਡੇ ਮਨ 'ਚ ਜੇ ਕੋਈ ਦੁਸ਼ਮਣੀ ਨਹੀਂ ਹੈ। ਦੇਖੋ ਇਹ ਹੈ ਮਹਾਂਪੁਰਸ਼ ਦੀ ਨਿਸ਼ਾਨੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਸਾਰਾ ਪਰਿਵਾਰ ਸਮਾਪਤ ਹੋ ਚੁੱਕਾ ਹੈ, ਸਭ ਕੁਝ ਉਜੜ ਚੁੱਕਾ ਹੈ। ਫਿਰ ਵੀ ਕਹਿੰਦੇ ਅਸੀਂ ਤੇਰੇ ਨਾਲ ਕੋਈ ਨਾਰਾਜ਼ ਨਹੀਂ ਹੋਵਾਂਗੇ ਜੇ ਤੂੰ ਗੱਲ ਕਰੇਂਗਾ ਤਾਂ। ਤੇਰੀਆਂ ਸਾਰੀਆਂ ਭੁੱਲਾਂ ਮਿਹਰਬਾਨੀ ਕਰਕੇ ਬਖਸ਼ ਦਿਆਂਗੇ। ਯਕੇ ਯਸ਼ਬ ਸਾਇਸਤੈ ਇਹ ਯਕ ਹਜ਼ਾਰ। ਓ ਰੰਗਜੇ ਬਾਦਸ਼ਾਹ, ਤੂੰ ਸਾਡੇ ਕੋਲ ਕੋਈ ਬਹੁਤੀ ਮਾਇਆ ਲੈ ਕੇ ਵੀ ਨਾ ਆਵੀਂ। ਸਿਰਫ ਇੱਕ ਘੋੜਾ ਸਾਨੂੰ ਮੱਥਾ ਟੇਕ ਦੇਵੀਂ 1000 ਰੁਪਈਏ ਦਾ। ਉਦੋਂ ਵਧੀਆ ਘੋੜਾ ਜਿਹੜਾ 1000 ਰੁਪਈਏ ਦਾ ਹੁੰਦਾ ਸੀ। ਮਹਾਰਾਜ ਕਹਿੰਦੇ ਜੇ ਤੂੰ ਸਾਡੇ ਕੋਲ ਕਵੇਂ ਵੀ ਬਹੁਤੀ ਭੇਟਾ ਲੈ ਕੇ ਜਾਣੀ ਪੈਣੀ ਹੈ, ਸਾਨੂੰ ਬਹੁਤੀ ਭੇਟਾਂ ਦੀ, ਬਹੁਤੀ ਮਾਇਆ ਦੀ ਕੋਈ ਤੇਰੇ ਕੋਲੋਂ ਮੰਗ ਨਹੀਂ। ਕੋਈ ਸਾਨੂੰ ਇਹ ਨਹੀਂ ਵੀ ਹੀਰੇ ਮੋਤੀ ਸੋਨਾ ਚਾਂਦੀ ਤੂੰ ਲੈ ਕੇ ਆਵੇਂ, ਰਾਜ ਭਾਗ ਲੈ ਕੇ ਆਵੇਂ। ਕਿਉਂਕਿ ਕਹਿੰਦੇ ਵੈਦ ਰਾਜ ਗੁਰ ਪੀਰ ਪੇ ਖਾਲੀ ਹੱਥ ਨਾ ਜਾਏ। ਵੈਦ ਕੋਲ, ਰਾਜੇ ਕੋਲ, ਗੁਰੂ ਪੀਰ ਕੋਲ ਕੋਈ ਨਾ ਕੋਈ ਭੇਟਾ ਲੈ ਕੇ ਜਾਣੀ ਪੈਂਦੀ ਹੈ। ਤੂੰ ਸੋਚੇਗਾ ਵੀ ਮੈਂ ਕੀ ਲੈ ਕੇ ਜਾਵਾਂ। ਮਹਾਰਾਜ ਕਹਿੰਦੇ ਯਕੇ ਅਸ਼ਪ। ਯਕੇ ਮੈਨੇ ਇੱਕ, ਅਸ਼ਪ ਕਹਿੰਦੇ ਘੋੜਾ। ਇੱਕ ਘੋੜਾ ਸ਼ਾਇਸਤਾ ਯਕ 1000। 1000 ਦਾ ਵਧੀਆ ਘੋੜਾ ਸਾਡੇ ਲਈ ਤੂੰ ਲੈ ਆਵੀਂ। ਕਿਉਂਕਿ ਮਹਾਰਾਜ ਘੋੜਿਆਂ ਨੂੰ ਬੜਾ ਪਸੰਦ ਕਰਿਆ ਕਰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜਿਆਂ ਦੀ ਤਾਰੀਫ ਵੀ ਆਪ ਜੀ ਨੇ ਰਾਮਾ ਅਵਤਾਰ ਵਿੱਚ 10ਵੇਂ ਗ੍ਰੰਥ 'ਚ ਲਿਖੀ ਹੈ। ਮਹਾਰਾਜ ਕਹਿੰਦੇ ਆ ਨਾਗਰਾ ਕੇ ਨੈਣ ਹੈ ਕਿ ਚਾਤਰਾ ਕੇ ਬੈਨ ਹੈ, ਬਗੂਲਾ ਮਨੋ ਗੈਨ ਕੈਸੇ ਤੈਸੇ ਠਹਿਰਤ ਹੈ। ਇਹੋ ਜਿਹੇ ਘੋੜੇ ਕਿ ਨਾਗਰਾ ਕੇ ਨੈਣ ਹੈ, ਜੈਸੇ ਕਿਸੇ ਸੁੰਦਰ ਇਸਤਰੀ ਦੇ ਨੇਤਰ ਚੰਚਲ ਹੁੰਦੇ ਹਨ, ਐਸੇ ਚੰਚਲ ਘੋੜੇ। ਕਿ ਚਾਤਰਾ ਕੇ ਬੈਨ ਹੈ, ਕਿਸੇ ਕਵੀ ਦੀ, ਕਿਸੇ ਚਤਰ ਵਿਦਵਾਨ ਦੀ ਜ਼ੁਬਾਨ ਜਿਵੇਂ ਚੱਲਦੀ ਹੈ। ਕਿ ਬਗੂਲਾ ਮਾਨੋ ਗੈਨ, ਆਕਾਸ਼ ਵਾਵਰੋਲੇ ਜਿਵੇਂ ਉੱਡਦੇ ਨੇ। ਬਗੂਲਾ ਕਹਿੰਦੇ ਨੇ ਵਾਵਰੋਲੇ ਨੂੰ। ਬਗੂਲਾ ਮਾਨੋ ਗੈਨ ਕੈਸੇ ਤੈਸੇ ਠਹਿਰਤ ਹੈ। ਇਹੋ ਜਿਹੇ ਘੋੜੇ ਹੋਣੇ ਚਾਹੀਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੋਜ਼ ਪੜ੍ਹਦੇ ਹੋ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ। ਤੁਰੰਗ ਨਾਮ ਘੋੜੇ ਦਾ, ਕੁਰੰਗ ਨਾਮ ਹਿਰਨ ਦਾ। ਹਿਰਨ ਵਰਗੀਆਂ ਚੁੰਗੀਆਂ ਭਰਦੇ ਹੋਣ ਐਸਾ ਇੱਕ ਘੋੜਾ ਤੂੰ ਸਾਡੇ ਕੋਲ ਲੈ ਆ ਤੇ ਸਾਨੂੰ ਮੱਥਾ ਟੇਕਦੇ। ਅਸੀਂ ਤੈਨੂੰ ਕੋਈ ਬਹੁਤੀ ਮੰਗਾ ਨਹੀਂ ਕਰਦੇ ਵੀ ਸਾਨੂੰ ਤੂੰ ਲਿਆ ਕੇ ਹੀਰੇ ਮੋਤੀ ਦੇ, ਰਾਜ ਭਾਗ ਦੇ। ਸਾਨੂੰ ਕੁਛ ਨਹੀਂ ਚਾਹੀਦਾ। ਇਹਦਾ ਇੱਕ ਮਹਾਰਾਜ ਮਰਿਆਦਾ ਦੱਸ ਰਹੇ। ਕਿਉਂਕਿ ਬਾਦਸ਼ਾਹ ਔਰੰਗਜ਼ੇਬ ਇਹ ਵੀ ਬਹਾਨਾ ਕਰੇਗਾ ਨਾ ਵੀ ਮੈਂ ਕੀ ਲੈ ਕੇ ਜਾਵਾਂ, ਮੈਂ ਤਾਂ ਆਪਣੇ ਕੋਲ
ਕੋਈ ਮਾਇਆ ਨਹੀਂ ਰੱਖਦਾ, ਬਹੁਤੀ ਕੀਮਤ ਮੇਰੇ ਕੋਲ ਨਹੀਂ ਹੈ। ਬਾਦਸ਼ਾਹ ਹੈ ਸੀ, ਪਰ ਉਹ ਇੱਕ ਬਹਾਨਾ ਕਰਦਾ ਸੀ ਕਿ ਮੈਂ ਕਿਸੇ ਨੂੰ ਸਰਕਾਰੀ ਖਜ਼ਾਨੇ ਚੋਂ ਆਪਣੇ ਤੌਰ ਤੇ ਕੁਝ ਨਹੀਂ ਦੇਣਾ। ਆਪ ਮੈਂ ਤਾਂ ਆਪਣੀਆਂ ਟੋਪੀਆਂ ਵੇਚ ਕੇ ਗੁਜ਼ਾਰਾ ਕਰਦਾ ਹਾਂ। ਤਾਂ ਬਾਦਸ਼ਾਹ ਕਹਿੰਦੇ ਇੱਕ ਘੋੜਾ ਤਾਂ ਲਿਆ ਸਕਦਾ। ਇਹ ਘੋੜਾ ਦੇਣ ਦਾ ਮਤਲਬ ਹੁੰਦਾ ਹੈ ਜਿਹੜਾ ਬੰਦਾ ਹਾਰ ਜਾਵੇ ਉਹ ਜਿੱਤੇ ਹੋਏ ਨੂੰ ਭੇਟਾ ਦਿੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੂੰ ਜੰਗ 'ਚ ਹਾਰ ਗਿਆ, ਇਸ ਕਰਕੇ ਤੂੰ ਸਾਨੂੰ ਯਕੇ ਅਸ਼ਪਸ਼ਾਇਸਤ ਹੈ ਯਕ 1000 1000 ਦਾ ਘੋੜਾ ਭੇਟਾ ਕਰ ਦੇ। ਦਿਆ ਤਾਂ ਬਗੀਰੀ ਬਾਮਨ ਇੰਦਿਆਰ। ਉਹਦੇ ਬਦਲੇ 'ਚ ਤੂੰ ਭਾਵੇਂ ਸਾਰਾ ਮੁਲਕ ਸਾਥੋਂ ਲੈ ਲੈ। ਤੁਸੀਂ ਕਹੋਗੇ ਵੀ ਮੁਲਕ ਤਾਂ ਉਹਦੇ ਕੋਲ ਅੱਗੇ ਹੀ ਹੈ। ਅੱਗੇ ਕਿੱਥੇ ਹੈ? ਸਾਰਾ ਮੁਲਕ ਉਹਨੂੰ ਗਾਲਾਂ ਕੱਢਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਾ ਮੁਲਕ ਉਹਨੂੰ ਲਾਹਨਤਾਂ ਪਾਉਂਦਾ ਹੈ। ਜੇ ਉਹ ਗੁਰੂ ਗੋਬਿੰਦ ਸਿੰਘ ਦੇ ਪੈਰੀਂ ਪੈ ਜਾਵੇ ਤੇ ਸਾਰਾ ਮੁਲਕ ਉਹਦੀਆਂ ਭੁੱਲਾਂ ਮਾਫ ਵੀ ਕਰ ਸਕਦਾ ਹੈ। ਤੇ ਮਹਾਰਾਜ ਕਹਿੰਦੇ ਸਾਰਾ ਕੁਝ ਤੈਨੂੰ ਦੇ ਦਿਆਂਗੇ, ਪਰ ਤੂੰ ਬੰਦਾ ਬਣ ਕੇ ਇੱਕ ਵਾਰੀ ਸਾਡੇ ਕੋਲ ਆ ਤਾਂ ਸਹੀ। ਸ਼ਹਿਨਸ਼ਾਹ ਰਾ ਬੰਦੇ ਚਾਕਰੇ। ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਦੇ ਬੰਦੇ ਹਾਂ। ਸ਼ਹਿਨਸ਼ਾਹ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ ਹੈ, ਰਾਜਿਆਂ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਅਸੀਂ ਉਹਦੇ ਚਾਕਰ ਹਾਂ। ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਭਾਰਾ। ਚਾਕਰੇਮ, ਮੈਂ ਉਸ ਅਕਾਲ ਪੁਰਖ ਦਾ ਨੌਕਰ ਹਾਂ। ਔਰੰਗਜ਼ੇਬ ਤੂੰ ਕਹਿੰਦਾ ਮੇਰੇ ਕੋਲ ਆਓ। ਤੇਰੇ ਕੋਲ ਆਉਣ ਦਾ ਜੇ ਵਾਹਿਗੁਰੂ ਦਾ ਹੁਕਮ ਹੋਇਆ ਤੇ ਅਸੀਂ ਤੇਰੇ ਕੋਲ ਵੀ ਆ ਜਾਵਾਂਗੇ। ਅਗਰ ਹੁਕਮ ਆਇਦ ਬਾਜਾ ਹਾਜ਼ਰੇ। ਮਹਾਰਾਜ ਕਹਿੰਦੇ ਜੇ ਅਗਰ ਹੁਕਮ ਆ ਗਿਆ ਵਾਹਿਗੁਰੂ ਦਾ ਤਾਂ ਅਸੀਂ ਦਿਲ ਜਾਨ ਦੇ ਨਾਲ ਹਾਜ਼ਰ ਹੋਵਾਂਗੇ। ਭਾਵ ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਅਜੇ ਤਾਂ ਤੈਨੂੰ ਬੁਲਾ ਰਹੇ ਆ, ਤੂੰ ਆ ਜਾ। ਜੇ ਤੂੰ ਕਵੇਂ ਵੀ ਤੁਸੀਂ ਆਓ, ਅਜੇ ਹੁਕਮ ਨਹੀਂ ਆਇਆ। ਜੇ ਅਕਾਲ ਪੁਰਖ ਦਾ ਹੁਕਮ ਆਇਆ ਤਾਂ ਸਾਨੂੰ ਡਰ ਵੀ ਕੋਈ ਨਹੀਂ, ਅਸੀਂ ਆ ਵੀ ਜਾਵਾਂਗੇ। ਦੇਖੋ ਇਹ ਹੈ ਉੱਚੀ ਅਵਸਥਾ ਬ੍ਰਹਮ ਗਿਆਨੀ ਸਤਿਗੁਰਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਡਰਦੇ ਵੀ ਨਹੀਂ। ਉਹ ਕਹਿੰਦੇ ਵੀ ਸਾਨੂੰ ਤੂੰ ਖਾ ਨਹੀਂ ਚੱਲਿਆ, ਤੇ ਜੇ ਅਕਾਲ ਪੁਰਖ ਦਾ ਹੁਕਮ ਹੋਇਆ ਸ਼ਹੀਦੀ ਪਾਉਣ ਦਾ ਤਾਂ ਵੀ ਅਸੀਂ ਕਿਹੜਾ ਪਿੱਛੇ ਹਟਣਾ। ਪੰਚਮ ਪਾਤਸ਼ਾਹ ਨੂੰ ਪਤਾ ਲੱਗ ਗਿਆ ਸੀ ਕਿ ਐਤਕੀ ਲਾਹੌਰ ਜਾਣਾ ਤੇ ਵਾਪਸ ਨਹੀਂ ਆਉਣਾ। ਜਾਣ ਲੱਗਿਆ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦੇ ਕੇ ਗਏ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਕਈ ਵਾਰ ਲਾਹੌਰ ਜਾਂਦੇ ਹੋ, ਹਰ ਸਾਲ ਵਿੱਚ ਲਗਭਗ 2-3 ਵਾਰੀ ਜਾਣਾ ਪੈਂਦਾ ਸੀ। ਲਾਹੌਰ ਮਹਾਰਾਜ ਦਾ ਜੱਦੀ ਘਰ ਸੀਗਾ ਤੇ ਇੱਕ ਉੱਥੇ ਸਤਿਗੁਰਾਂ ਦੀ ਸੰਗਤ ਬੜੀ ਸੀ। ਇੱਕੋ ਪੰਜਾਬ ਦੀ ਰਾਜਧਾਨੀ ਸੀ। ਅੰਮ੍ਰਿਤਸਰ ਤੋਂ ਕੋਈ ਇੱਕ ਦਿਨ ਲੱਗਦਾ ਸੀ। ਸਵੇਰੇ ਤੁਰੀਏ ਸ਼ਾਮ ਨੂੰ, ਨਹੀਂ ਤੇ ਰਾਤ ਕੱਟ ਕੇ ਅਗਲੇ ਦਿਨ ਤਾਂ ਲਾਹੌਰ ਬੜੇ ਆਰਾਮ ਨਾਲ ਪਹੁੰਚ ਜਾਈਦਾ ਸੀ। ਤੇ ਮਹਾਰਾਜ ਉੱਥੇ ਕਈ ਵਾਰੀ ਗਏ ਗੁਰੂ ਅਰਜਨ ਦੇਵ ਜੀ। ਤੇ ਗੁਰੂ ਅਰਜਨ ਦੇਵ ਜੀ ਇੱਕ ਵਾਰੀ ਉੱਥੇ ਕਾਲ ਪੈ ਗਿਆ ਸੀ ਸਾਰੇ ਪੰਜਾਬ ਵਿੱਚ, ਤੇ ਲੰਗਰ ਵੀ ਲਾਹੌਰ ਚਲਾਇਆ ਸੀ। ਭੁੱਖੇ ਲੋਕ ਰੋਟੀ ਤੋਂ ਬੜੇ ਤੰਗ ਸਨ, ਗਰੀਬ ਲੋਕ। ਮਹਾਰਾਜ ਨੇ ਸਦਾ ਵਰਤ ਲਾਇਆ ਸੀ ਲਾਹੌਰ ਦੇ ਵਿੱਚ ਵੀ ਲੱਖਾਂ ਲੋਕ ਪ੍ਰਸ਼ਾਦਾ ਛਕਦੇ ਸਨ। ਮਹਾਰਾਜ ਲਾਹੌਰ ਜਾਂਦੇ ਰਹਿੰਦੇ ਸੀ। ਅੱਜ ਕਿਉਂ ਏਦਾਂ ਕਰ ਰਹੇ ਨੇ, ਗੱਦੀ ਕਿਉਂ ਦੇ ਚੱਲੇ ਆਪਣੇ ਪੁੱਤਰ ਨੂੰ? ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਇਹ ਕੀ ਖੇਡ ਰਚਾ ਰਹੇ ਹੋ? ਸਤਿਗੁਰੂ ਕਹਿਣ ਲੱਗੇ, ਭਾਈ ਸਮਾਂ ਆਏਗਾ ਤੁਹਾਨੂੰ ਪਤਾ ਚੱਲ ਜਾਏਗਾ। ਕਿਉਂਕਿ ਪਾਤਸ਼ਾਹ ਜਾਣਦੇ ਸਨ ਕਿ ਸ਼ਹੀਦੀ ਪਾਣੀ ਹੈ। ਔਰ ਉਹ ਜਿਹੜਾ ਜਹਾਂਗੀਰ ਸੀ ਉਹ ਕੀ ਸੀ? ਸਤਿਗੁਰਾਂ ਨੂੰ ਮਾਰ ਸਕਦਾ ਸੀ? ਕੋਈ ਵੀ ਨਹੀਂ ਮਾਰ ਸਕਦਾ। ਉਹਨਾਂ ਨੂੰ ਤਾਂ ਉਹਦਾ ਪਰਮੇਸ਼ਰ ਹਨ ਆਪ। ਉਹਦਾ ਉਹਨਾਂ ਦੀ ਆਪਣੀ ਲੀਲਾ ਸੀ। ਹੁਕਮ ਆ ਗਿਆ ਤੋ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਅਕਾਲ ਪੁਰਖ ਦਾ ਹੁਕਮ ਹੋਇਆ ਤੇਰੇ ਕੋਲ ਆਉਣ ਦਾ ਤੇ ਅਸੀਂ ਆ ਵੀ ਜਾਵਾਂਗੇ। ਬਾ ਦਿਲੇ ਬਾ ਹੁਕਮ ਆਇਦ ਬਾ ਜਾਂ ਹਾਜ਼ਰੇਮ, ਜਾਨ ਨਾਲ ਦਿਲ ਨਾਲ ਆਵਾਂਗੇ, ਹਾਜ਼ਰ ਹੋਵਾਂਗੇ, ਪਰ ਅਜੇ ਸਾਨੂੰ ਹੁਕਮ ਨਹੀਂ ਹੈ। ਅਗਰ ਚੇ ਬਿਆਮਨ ਬਾ ਫਰਮਾਨੇ ਮਨ। ਜੇ ਉਸ ਵਾਹਿਗੁਰੂ ਪਰਮੇਸ਼ਰ ਦਾ ਫਰਮਾਨ ਆ ਗਿਆ, ਹਜੂਰਤ ਬਿਆਮ ਹਮੈ ਜਾਣੈ ਤਨ, ਤਾਂ ਅਸੀਂ ਦਿਲ ਜਾਨ ਨਾਲ ਆਵਾਂਗੇ। ਬਿਲਕੁਲ ਕੋਈ ਸ਼ੰਕਾ ਨਹੀਂ ਸਾਡੇ ਮਨ 'ਚ। ਜੇ ਤੂੰ ਆ ਜਾਵੇਂ ਤਾਂ ਚੰਗਾ ਹੈ,
ਕਿਉਂਕਿ ਜ਼ਿੰਮੇਵਾਰੀ ਤੇਰੇ ਸਿਰ ਤੇ ਆ, ਸਾਡੇ ਸਿਰ ਤੇ ਕੋਈ ਭਾਰ ਨਹੀਂ ਹੈ। ਅਸੀਂ ਕਿਹੜਾ ਸਹੁੰ ਪਾਈ ਹੈ ਕੋਈ? ਕੁਰਾਨ ਦੀਆਂ ਕਸਮਾਂ ਤੇ ਤੂੰ ਖਾਧੀਆਂ, ਜ਼ਿੰਮੇਵਾਰੀ ਤਾਂ ਤੇਰੀ ਹੈ। ਹੁਣ ਤੈਨੂੰ ਆਉਣਾ ਚਾਹੀਦਾ ਸਾਡੇ ਕੋਲ। ਅਗਰ ਤੂੰ ਬੈਜਦਾ ਪਰਸਤੀ ਕੁਣੀ। ਅਗਰ ਤੂੰ ਬਜਾਇਦਾ, ਜੇ ਤੂੰ ਰੱਬ ਦਾ ਭਗਤ ਕਹਾਉਂਦਾ ਹੈ, ਖੁਦਾ ਪ੍ਰਸਤ, ਰੱਬ ਦਾ ਭਗਤ, ਰੱਬ ਦਾ ਪਿਆਰਾ ਕਹਾਉਂਦਾ ਹੈ, ਬਾਕਾਰੇ ਮਰਾਈ ਨਾ ਸੁਸਤੀ ਕੁਣੀ। ਤਾਂ ਫਿਰ ਤੈਨੂੰ ਮੇਰੇ ਕੰਮ ਵਿੱਚ ਸੁਸਤੀ ਨਹੀਂ ਕਰਨੀ ਚਾਹੀਦੀ। ਬਾਕਾਰੇ ਮਰਾ, ਮਰਾ ਮੈਨੇ ਮੇਰੇ, ਬਾਕਾਰੇ ਮੈਨੇ ਕੰਮ, ਜਿਹੜਾ ਮੇਰਾ ਕੰਮ ਹੈ, ਯਾਨੀ ਮੇਰੇ ਨਾਲ ਜਿਹੜੇ ਤੂੰ ਵਾਅਦੇ ਕੀਤੇ ਹਨ। ਕਲਗੀਧਰ ਜੀ ਕਹਿੰਦੇ ਆ, ਜੋ ਸਾਡੇ ਨਾਲ ਤੂੰ ਵਾਅਦੇ ਕੀਤੇ ਹਨ, ਉਹ ਵਾਅਦੇ ਤੈਨੂੰ ਇੱਕ ਰੱਬ ਦਾ ਭਗਤ ਹੋਣ ਦੇ ਨਾਤੇ ਜ਼ਰੂਰ ਪੂਰੇ ਕਰਨੇ ਚਾਹੀਦੇ ਨੇ। ਸੁਸਤੀ ਕੁਨੀ, ਸੁਸਤੀ ਨਹੀਂ ਪਾਣੀ ਚਾਹੀਦੀ, ਆਲਸ ਨਹੀਂ ਕਰਨੀ ਚਾਹੀਦੀ, ਕੰਮ 'ਚ ਟਾਲ ਮਟੋਲਾ ਨਹੀਂ ਕਰਨਾ ਚਾਹੀਦਾ। ਤੇ ਬੁਬਾਇਦ ਕੇ ਯਜਦਾਸ਼ ਨਾਨੀ ਕੁਣੀ। ਹੇ ਬਾਦਸ਼ਾਹ, ਜੇ ਤੂੰ ਪਰਮਾਤਮਾ ਨੂੰ ਪਛਾਣਨਾ ਚਾਹੁੰਦਾ ਹੈ, ਜੇ ਤੇਰੀ ਇੱਛਾ ਹੈ ਵੀ ਮੈਂ ਰੱਬ ਦਾ ਭਗਤ ਕਹਾਵਾਂ, ਪਰਮਾਤਮਾ ਦੀ ਬੰਦਗੀ ਕਰਾਂ, ਉਸ ਵਾਹਿਗੁਰੂ ਦੇ ਦਰਸ਼ਨ ਕਰਾਂ, ਉਹਦਾ ਨੇੜਲਾ ਭਗਤ ਬਣਾ, ਅਕਾਲ ਪੁਰਖ ਦੇ ਨੇੜੇ ਹੋਣਾ ਚਾਹੁੰਦਾ ਹੈ, ਤੂੰ ਖੁਦਾ ਦੀ ਬੰਦਗੀ ਕਰਨਾ ਚਾਹੁੰਦਾ ਹੈ, ਨਾ ਗੁਪਤੈ ਕਸੇ ਕਸ ਖਰਾਸੀ ਕੁਣੀ। ਤਾਂ ਆਪਣੀ ਜ਼ੁਬਾਨ ਨਾਲ ਤੇ ਆਪਣੇ ਕਰਮ ਨਾਲ ਕਿਸੇ ਦਾ ਬੁਰਾ ਨਾ ਕਰ। ਨਾ ਗੁਫਤੈ ਕਸ਼ੇ ਕਸ ਕਰਾਸੀ ਕੁਨੀ। ਗੁਫਤਾ ਕਹਿੰਦੇ ਮੂੰਹ ਤੋਂ ਬੋਲਣਾ, ਕਿਸੇ ਨੂੰ ਮਾੜਾ ਵੀ ਨਾ ਬੋਲ, ਨਾ ਮਾੜਾ ਸੋਚ ਤੇ ਨਾ ਮਾੜਾ ਕਰ। ਤਿੰਨ ਤਰ੍ਹਾਂ ਬੁਰਾ ਹੁੰਦਾ ਸਾਧ ਸੰਗਤ ਜੀ, ਤਿੰਨ ਤਰ੍ਹਾਂ ਦੀ ਹਿੰਸਾ ਹੁੰਦੀ ਹੈ, ਮਨ ਦੀ, ਬਚਨ ਦੀ ਤੇ ਕਰਮ ਦੀ। ਮਨ ਦੀ ਹਿੰਸਾ, ਦੂਜੇ ਬਾਰੇ ਮਾੜਾ ਸੋਚੀ ਜਾਣਾ, ਉਹਦਾ ਬੁਰਾ ਹੋ ਜਾਵੇ, ਉਹਦਾ ਬੁਰਾ ਕਰ ਦਈਏ, ਉਹਨੂੰ ਇੱਦਾਂ ਫਸਾ ਦਈਏ, ਇੱਦਾਂ ਮਾਰ ਦਈਏ, ਇਹ ਮਨ ਦੀ ਹਿੰਸਾ ਹੈ। ਬਚਨ ਦੀ ਹਿੰਸਾ, ਕੋਈ ਐਸੀ ਗੱਲ ਕਰਨੀ ਅਗਲੇ ਨੂੰ ਅੱਗ ਲੱਗ ਜਾਵੇ, ਸਾੜ ਦੇਣਾ, ਕਿਸੇ ਦਾ ਦਿਲ ਦੁਖਾ ਦੇਣਾ, ਕੋਈ ਮਿਹਣਾ ਮਾਰ ਦੇਣਾ, ਕੋਈ ਤਾਨਾ ਮਾਰ ਦੇਣਾ, ਕੋਈ ਬੋਲੀ ਮਾਰ ਦੇਣੀ, ਕੋਈ ਗਾਲ ਕੱਢ ਦੇਣੀ, ਕੋਈ ਐਸਾ ਬਚਨ ਕਰਨਾ ਜਿਹਦੇ ਨਾਲ ਅਗਲਾ ਕਈ ਸਾਲ ਤੱਕ ਦੁਖੀ ਰਹੇ। ਤੇ ਤੀਜਾ ਹੈ ਤਲਵਾਰ ਨਾਲ, ਬਰਛੇ ਨਾਲ, ਬੰਦੂਕ ਨਾਲ, ਤੀਰ ਨਾਲ ਮਾਰ ਦੇਣਾ। ਇਹ ਤਿੰਨ ਤਰ੍ਹਾਂ ਦੀ ਹਿੰਸਾ। ਔਰੰਗਜ਼ੇਬ, ਇਹ ਤੂੰ ਹਿੰਸਾ ਕਰਨੀ ਛੱਡ ਦੇ। ਮਨ ਕਰਕੇ ਤੂੰ ਕਿਸੇ ਦਾ ਬੁਰਾ ਨਾ ਸੋਚਿਆ ਕਰ, ਤੇ ਮਨ ਕਰਮ ਕਰਕੇ ਕਿਸੇ ਦਾ ਬੁਰਾ ਨਾ ਕਰਿਆ ਕਰ, ਤੇ ਨਾ ਹੀ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਕਿਹਾ ਕਰ, ਜੇ ਤੂੰ ਰੱਬ ਦੇ ਨੇੜੇ ਹੋਣਾ। ਕਿੰਨੇ ਸੋਹਣੇ ਬਚਨ ਸਾਈਂ ਸ਼ੇਖ ਫਰੀਦ ਜੀ ਮਹਾਰਾਜ ਲਿਖਦੇ ਨੇ, ਜੇ ਤਉ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਂ ਦਾ। ਇੱਕ ਬਾਣੀ ਫਰੀਦ ਜੀ ਦੇ ਸ਼ਲੋਕਾਂ ਦੀ ਅਖੀਰਲੀ ਪੰਕਤੀ ਹੈ, ਜੇ ਤਉ ਪਿਰਿਆ ਦੀ ਸਿੱਖ, ਜੇ ਤੈਨੂੰ ਰੱਬ ਦੇ ਮਿਲਣ ਦੀ ਸਿੱਖ ਹੈ, ਹਿਆਓ ਮੈਨੇ ਹਿਰਦਾ, ਹਿਆਓ ਨਾ ਠਾਹੇ, ਉਹਨੂੰ ਸੱਟ ਨਾ ਮਾਰ, ਕਹੀ ਦਾ ਮੈਨੇ ਕਿਸੇ ਦਾ ਵੀ, ਕਿਸੇ ਦਾ ਦਿਲ ਨਾ ਦੁਖਾ। ਹਾਂਜੀ, ਤੂੰ ਮਸਨਦ ਨਸੀ ਸਰਵਰੇ ਕਾਇਨਾਤ। ਆ ਬਾਦਸ਼ਾਹ, ਤੂੰ ਮਸਨਦ, ਮਸਨਦ ਕਹਿੰਦੇ ਹਨ ਗੱਦੀ ਨੂੰ, ਤਖਤ ਨੂੰ। ਮਸਨਦ ਸਿੱਖਾਂ ਵਿੱਚ ਗੁਰੂ ਮਹਾਰਾਜ ਦੇ ਸਮੇਂ ਤੱਕ ਇੱਕ ਸ਼ਬਦ ਬੜਾ ਪ੍ਰਚਲਿਤ ਰਿਹਾ, ਮਸੰਦ। ਮਸੰਦ ਦਾ ਮਤਲਬ ਹੈ ਜਿਹੜਾ ਮਸਨਦ ਉੱਤੇ ਬੈਠਾ। ਮਸਨਦ ਮੈਨੇ ਤਖਤ, ਗੱਦੀ। ਗੁਰੂਆਂ ਨੇ ਗੱਦੀਆਂ ਦਿੱਤੀਆਂ, ਮੰਜੀਆਂ ਦਿੱਤੀਆਂ, 22 ਮੰਜੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀਆਂ। 52 ਮੰਜੀਆਂ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਹੋਈਆਂ, ਉਹਨਾਂ ਤੋਂ ਬਾਅਦ ਵੱਧਦੀਆਂ ਹੀ ਗਈਆਂ। ਉਹ ਮੰਜੀਆਂ ਜਿਨ੍ਹਾਂ ਨੂੰ ਮਿਲੀਆਂ, ਉਹ ਗੁਰੂ ਘਰ ਦੇ ਮਸੰਦ ਸਿੱਖੀ ਦਾ ਪ੍ਰਚਾਰ ਕਰਨ ਲਈ ਥਾਪੇ ਗਏ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਹ ਕੁਝ ਲੋਕ ਭ੍ਰਿਸ਼ਟ ਹੋ ਗਏ ਤਾਂ ਮਹਾਰਾਜ ਨੇ ਉਹ ਪਰੰਪਰਾ ਬੰਦ ਕਰ ਦਿੱਤੀ 10ਵੇਂ ਜਾਮੇ ਵਿੱਚ। ਸੋ ਖਾਲਸਾ ਜੀ ਮਹਾਰਾਜ ਇੱਥੇ ਮਸਨਦ ਸ਼ਬਦ ਜੋ ਵਰਤ ਰਹੇ ਨੇ, ਇਹ ਫਾਰਸੀ ਦੇ ਵਿੱਚ ਰਾਜ ਗੱਦੀ ਤਖਤ ਵਾਸਤੇ ਹੁੰਦਾ। ਤੂੰ ਮਸਨਦ ਨਸ਼ੀ, ਤੂੰ ਗੱਦੀ ਨਸ਼ੀਨ ਹੈ, ਤਖਤ ਦਾ ਮਾਲਕ ਹੈ। ਸਰਵਰੇ ਕਾਇਨਾਤ, ਪੂਰੇ ਹਿੰਦੁਸਤਾਨ ਦਾ, ਕਿਤੋਂ ਕਾਬਲ ਕੰਧਾਰ ਤੋਂ ਕਿਤੇ ਬੰਗਲਾਦੇਸ਼ ਦੇ, ਕਿਤੇ ਤਿੱਬਤ ਚੀਨ ਤੋਂ, ਕਿਤੋਂ ਕੰਨਿਆ ਕੁਮਾਰੀ ਤੱਕ ਵੱਡਾ ਰਾਜ ਹੈ ਤੇਰੇ ਕੋਲ। ਐਸਾ ਰਾਜ ਜਿਹੜਾ ਸਾਧ ਸੰਗਤ ਜੀ ਅੱਜ ਕੱਲ੍ਹ ਜਿਵੇਂ ਕਹਿੰਦੇ ਅਮਰੀਕਾ ਪਹਿਲੇ ਨੰਬਰ 'ਤੇ ਹੈ, ਕਦੀ ਰੂਸ ਪਹਿਲੇ ਨੰਬਰ 'ਤੇ ਹੁੰਦਾ ਸੀ, ਔਰੰਗਜ਼ੇਬ ਦੇ ਟਾਈਮ 'ਤੇ ਹਿੰਦੁਸਤਾਨ ਪਹਿਲੇ ਨੰਬਰ 'ਤੇ ਸੀ। ਇਹ ਮੁਲਕ ਤਾਂ ਉਦੋਂ ਬਣੇ ਹੀ ਨਹੀਂ ਸਨ। ਅਮਰੀਕਾ, ਕੈਨੇਡਾ, ਇੰਗਲੈਂਡ, ਇਹ ਤਾਂ ਛੋਟੀਆਂ ਤਾਕਤਾਂ ਸਨ।
ਵੱਡੀ ਤਾਕਤ ਜਿਹੜੀ ਸੀ ਉਹ ਹਿੰਦੁਸਤਾਨ ਦਾ ਬਾਦਸ਼ਾਹ ਸੀ। ਚੀਨ ਦਾ ਬਾਦਸ਼ਾਹ ਵੀ ਉਹਦੇ ਅੱਗੇ ਝੁਕਦਾ ਸੀ ਔਰ ਅਰਬ ਇਰਾਕ ਦੇ ਬਾਦਸ਼ਾਹ ਵੀ ਉਹਦੇ ਅੱਗੇ ਝੁਕਦੇ ਸਨ। ਜੇ ਕੋਈ ਮਸਲਾ ਇਸਲਾਮੀ ਜਗਤ ਵਿੱਚ ਸਭ ਤੋਂ ਮਹੱਤਵਪੂਰਨ ਵਿਚਾਰਨਾ ਹੁੰਦਾ ਸੀ ਤਾਂ ਉਹਦੇ ਵਿੱਚ ਵੀ ਔਰੰਗਜ਼ੇਬ ਦੀ ਰਾਏ ਲਈ ਜਾਂਦੀ ਸੀ। 1400 ਵਿਦਵਾਨ ਆਲਮ ਉਲਮਾ ਉਹਨਾਂ ਨੂੰ ਕਹਿੰਦੇ ਹਨ, ਉਹ 1400 ਉਲਮਾ ਬਾਦਸ਼ਾਹ ਦੀ ਕਚਹਿਰੀ 'ਚ ਰਹਿੰਦੇ ਸਨ ਦਿੱਲੀ ਦੇ ਵਿੱਚ। ਸੋ ਐਡਾ ਵੱਡਾ ਬਾਦਸ਼ਾਹ ਹਜੂਰ ਉਹਦੀ ਗੱਲ ਦੱਸ ਰਿਹਾ, ਤੂੰ ਮਸ਼ਨਦ ਨਸ਼ੀ ਸਰਵਰੇ ਕਾਇਨਾਤ। ਔਰੰਗਜ਼ੇਬ ਤੂੰ ਬੜੀ ਵੱਡੀ ਗੱਦੀ ਤੇ ਬੈਠਾ ਹੈ, ਦੁਨੀਆ ਦੀ ਪਹਿਲੀ ਤਾਕਤ ਤੂੰ ਹੈ ਇਸ ਟਾਈਮ। कि अजब अस्त इंसाफ की अम इसी फात। ਪਰ ਕਿ ਅਜਵਸਤ ਹੈਰਾਨੀ ਕਰਨ ਵਾਲਾ ਹੈ ਤੇਰਾ ਇਨਸਾਫ। ਇਹ ਹਮ ਸਿਫਾਤ, ਤੇਰੀਆਂ ਸਿਫਤਾਂ ਕੀ ਤੇ ਤੇਰੀ ਕਰਤੂਤ ਕੀ। ਇੱਕ ਪਾਸੇ ਤਾਂ ਤੂੰ ਐਡਾ ਵੱਡਾ, ਐਡੀ ਵੱਡੀ ਤਾਕਤ ਪੂਰੇ ਦੁਨੀਆ ਦੀ, ਪੂਰੇ ਵਰਲਡ ਦਾ ਸਭ ਤੋਂ ਪਹਿਲੇ ਨੰਬਰ ਦਾ ਬਾਦਸ਼ਾਹ ਹੈ ਤੂੰ। ਬਾਕੀ ਦਾ ਉਦੋਂ ਕੋਈ ਈਰਾਨ ਵੀ ਦੇਖਿਆ ਜਾਵੇ ਛੋਟਾ ਜਿਹਾ ਸੀ, ਇਰਾਕ ਵੀ ਛੋਟਾ ਜਿਹਾ ਸੀ, ਇੱਧਰ ਵਾਲੇ ਮੁਲਕ ਅਜੇ ਵਸੇ ਹੀ ਨਹੀਂ ਸਨ, ਪੂਰੀ ਤਾਕਤ ਵਿੱਚ ਆਏ ਨਹੀਂ ਸਨ। ਤੇ ਉਹ ਤਾਕਤ ਜਿਹੜੀ ਸੀ ਉਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ, ਚੀਨ ਉਸ ਵੇਲੇ ਇੱਕ ਮੁਲਕ ਸੀ ਪਰ ਉਹ ਵੀ ਵੰਡਿਆ ਹੋਇਆ ਸੀ। ਜਿਹੜਾ ਹਿੰਦੁਸਤਾਨ ਸੀ ਉਹ ਪਹਿਲਾ ਨੰਬਰ ਸੀ। ਸੋ ਐਡਾ ਵੱਡਾ ਤਖਤ ਹੈ ਤੂੰ, ਮਸ਼ਨਦ ਨਸ਼ੀ ਸਰਵਰੇ ਕਾਇਨਾਤ, ਕੁੱਲ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਹੋਵੇ ਕਿ ਅਜਬਸਤ ਇਨਸਾਫ। ਤੇ ਤੇਰਾ ਇਨਸਾਫ ਇਹ ਹੋਵੇ ਵੀ 7 ਸਾਲ ਦੇ ਤੇ 9 ਸਾਲ ਦੇ ਬੱਚੇ ਨਹੀਂ ਅੱਜ ਚਿਣ ਕੇ ਸ਼ਹੀਦ ਕੀਤੇ ਜਾਣ। ਪਹਿਲੀ ਗੱਲ ਤੇ ਬੱਚੇ ਮਾਰਨੇ ਹੀ ਜ਼ੁਲਮ ਹੈ, ਬੱਚਿਆਂ ਨੂੰ ਗ੍ਰਿਫਤਾਰ ਕਰਨਾ ਹੀ ਜ਼ੁਲਮ ਹੈ, ਬੱਚਿਆਂ ਨੂੰ ਜੇਲ੍ਹ 'ਚ ਰੱਖਣਾ ਹੀ ਜ਼ੁਲਮ ਹੈ। ਤੇ ਫਿਰ ਉਹਨਾਂ ਬੱਚਿਆਂ ਨੂੰ ਨੀਹਾਂ 'ਚ ਚਿਣ ਕੇ ਤਸੀਹੇ ਦੇ ਕੇ ਮਾਰਨਾ, ਇਨਸਾਫ ਅਜੀਬ ਹੈ। ਬਾਦਸ਼ਾਹ ਕਿੱਡਾ ਵੱਡਾ, ਕਰਤੂਤ ਕਿੱਡੀ ਛੋਟੀ। ਕਿ ਅਜਬ ਅਸਤ ਇਨਸਾਫ ਇਹ ਹਮ ਸਿਫਾਤ, ਤੇਰੀਆਂ ਸਿਫਤਾਂ ਕਾਹਦੀਆਂ ਸਿਫਤਾਂ ਹਨ, ਕਾਹਦਾ ਤੂੰ ਵੱਡਾ ਬਾਦਸ਼ਾਹ ਹੈ ਕਿ ਝੂਠੀਆਂ ਕਸਮਾਂ ਖਾਂਦਾ, ਉਹ ਵੀ ਇੱਕ ਫਕੀਰ ਨੂੰ ਠੱਗਣ ਵਾਸਤੇ। ਇੱਕ ਸਾਧੂ ਨੂੰ, ਇੱਕ ਸਾਧੂ ਫਕੀਰ ਗੱਦੀ ਹੈ ਗੁਰੂ ਨਾਨਕ ਦੀ, ਕੋਈ ਐਡੀ ਕੋਈ ਬਾਦਸ਼ਾਹੀ ਨਹੀਂ, ਕੋਈ ਮੁਲਕ ਨਹੀਂ। ਇੱਕ ਆਨੰਦਪੁਰ ਸਾਹਿਬ ਦਾ ਕਿਲਾ ਹੀ ਸੀ, ਉਹ ਵੀ ਕੱਚਾ। ਤੇ ਉਹਨਾਂ ਨੂੰ ਫਤਿਹ ਕਰਨ ਲਈ ਤੈਨੂੰ ਇੰਨੀਆਂ ਕਸਮਾਂ ਖਾਣੀਆਂ ਪਈਆਂ ਝੂਠੀਆਂ। ਸਾਰੀ ਤਾਕਤ ਔਰੰਗਜ਼ੇਬ ਦੀ ਲੱਗ ਗਈ ਸੀ, ਗੋਡੇ ਟਿਕ ਗਏ ਸਨ, ਉਹਦੇ ਹੱਥ ਖੜੇ ਹੋਏ ਸਨ। ਮਹਾਰਾਜ ਕਹਿੰਦੇ ਨਾਲੇ ਉਹਦੀ ਆਤਮਾ ਨੂੰ ਝੰਜੋੜ ਰਹੇ ਹੈ। ਇਸ ਤੋਂ ਵੱਡੀ ਲਾਹਨਤ ਹੁਣ ਕੀ ਪਾਣੀ ਹੈ। ਇੱਕ ਪਾਸੇ ਤੇ ਤੂੰ ਕੁੱਲ ਦੁਨੀਆ ਦਾ ਪਹਿਲੇ ਨੰਬਰ ਦਾ ਬਾਦਸ਼ਾਹ ਹੋਵੇਂ ਤੇ ਇੱਕ ਪਾਸੇ ਤੈਨੂੰ ਛੋਟੇ ਜਿਹੇ ਫਕੀਰ ਨੂੰ ਫਤਿਹ ਕਰਨ ਲਈ ਝੂਠੀਆਂ ਕਸਮਾਂ ਪਾਣੀਆਂ ਪੈਣ ਤੇ ਉਹਦੇ ਨਾਲ ਵੀ ਤੂੰ ਕੀਤੇ ਵਾਅਦਿਆਂ ਤੇ ਪੂਰਾ ਨਾ ਉਤਰੇ। ਇਹ ਤੇਰੀ ਗੱਲ ਹੈ, ਇਹ ਤੇਰੀ ਬਾਦਸ਼ਾਹੀ ਹੈ। ਬਾਦਸ਼ਾਹ ਹੋਵੇ ਦੁਨੀਆ ਦਾ ਤੇ ਇੱਕ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਨਾ ਫਤਿਹ ਕਰ ਸਕੇ, ਲੜਾਈ ਕਰਕੇ, ਝੂਠੀਆਂ ਕਸਮਾਂ ਕਰਕੇ ਛੁਡਾਇਆ ਨਾ ਕਿਲਾ, ਜੰਗ ਕਰਕੇ ਤੇ ਨਹੀਂ ਸੀ ਛੁਡਾ ਸਕਦੇ। ਇਹ ਤੇ ਕਲਗੀਧਰ ਪਾਤਸ਼ਾਹ ਉਹਨੂੰ ਦੱਸ ਰਹੇ ਆ ਵੀ ਤੂੰ ਆ ਕੀਤਾ। ਹਾਂਜੀ, ਕਿ ਅਜਬਸਤ ਇਨਸਾਫੀ ਦੀ ਪਰਵਰੀ। ਅਜਬ ਅਜੀਬ ਹੈ ਤੇਰਾ ਇਨਸਾਫ ਤੇ ਤੇਰਾ ਦੀਨ ਪਰਵਰੀ। ਤੂੰ ਇੱਕ ਪਾਸੇ ਕਹਿੰਦਾ ਵੀ ਮੈਂ ਬਾਦਸ਼ਾਹ ਹਾਂ, ਬੜਾ ਇਨਸਾਫ ਪਸੰਦ ਹਾਂ, ਇੱਕ ਪਾਸੇ ਤੂੰ ਇਹ ਵੀ ਸ਼ੋਅ ਕਰਦਾ ਕਿ ਮੈਂ ਦੀਨ ਦਾ ਬੜਾ ਦੀਨਦਾਰ ਪੱਕਾ ਮੁਸਲਮਾਨ ਹਾਂ। ਦੀਨ ਪਰਵਰੀ, ਦੀਨ ਦੇ ਵਿੱਚ 5 ਵੇਲੇ ਦੀ ਨਮਾਜ਼ ਵੀ ਪੜ੍ਹਦਾ ਸੀ। ਲਾਲ ਕਿਲੇ ਦੇ ਵਿੱਚ ਮੋਤੀ ਮਸਜਿਦ ਬਣੀ ਹੋਈ ਹੈ, ਉਹ ਮੋਤੀ ਮਸਜਿਦ ਦੇ ਵਿੱਚ ਰੋਜ਼ ਨਮਾਜ਼ ਅਦਾ ਕਰਨੀ 5 ਟਾਈਮ। ਫਿਰ ਜਿੱਥੇ ਵੀ ਜਾਂਦਾ ਸੀ, ਜਿਵੇਂ ਮੰਨ ਲਓ ਜ਼ਿਆਦਾਤਰ ਟਾਈਮ 32 ਸਾਲ ਲਗਭਗ ਦੱਖਣ 'ਚ ਰਿਹਾ, ਔਰੰਗਾਬਾਦ, ਅਹਿਮਦ ਨਗਰ, ਹੈਦਰਾਬਾਦ, ਉੱਥੇ ਵੀ ਮਸੀਤਾਂ ਵਿੱਚ ਨਮਾਜ਼ ਪੜ੍ਹਦਾ ਸੀ ਟਾਈਮ ਨਾਲ। ਤੇ ਫਿਰ ਆਪਣੇ ਹੱਥ ਦੀਆਂ ਬਣਾ ਕੇ ਟੋਪੀਆਂ ਵੇਚਦਾ ਸੀ ਤੇ ਕੁਰਾਨ ਲਿਖ ਕੇ ਵੇਚਦਾ ਸੀ। ਉਹਦੇ ਪੈਸੇ ਨਾਲ ਰੋਟੀ ਖਾਣ ਦਾ ਵਿਖਾਵਾ ਕਰਦਾ ਸੀ। ਮੈਂ ਬੜਾ ਪੱਕਾ ਮੁਸਲਮਾਨ ਆ, ਸਾਦੇ ਕੱਪੜੇ ਪਾਣੇ, ਸਾਦਾ ਖਾਣਾ ਖਾਣਾ, ਇੱਦਾਂ ਦੀਆਂ ਗੱਲਾਂ ਵਿਖਾਵੇ ਲਈ ਬੜੀਆਂ ਕਰਦਾ ਸੀ। ਪਰ ਦੂਜੇ ਪਾਸੇ ਉਹਦਾ ਰਿਕਾਰਡ ਵੀ ਮਿਲਦਾ, 5 ਤਰ੍ਹਾਂ ਦਾ ਮੀਟ ਰੋਜ਼ ਖਾਂਦਾ ਸੀ। ਹੁਣ 5 ਤਰ੍ਹਾਂ ਦਾ ਜਿਹੜਾ ਮੀਟ ਹੈ, ਜੇ ਕਹੇ ਵੀ ਟੋਪੀਆਂ ਬਣ ਕੇ ਬੰਦਾ ਖਾ ਲੇਗਾ, ਕਿੱਥੋਂ ਖਾਏਗਾ। ਇਹ ਨੋਟ ਕਰਨ ਵਾਲੀ ਗੱਲ ਆ ਵੀ 5 ਤਰ੍ਹਾਂ ਦੀ ਤੇ ਸਬਜ਼ੀ ਨਹੀਂ ਬਣਦੀ ਟੋਪੀਆਂ ਵਾਲੇ ਕੋਲੋਂ। 5 ਤਰ੍ਹਾਂ ਦੀ ਤਾਂ ਵਿਚਾਰਾ ਆਲੂ ਗੋਭੀ ਬਣਾਵੇ, ਉਹ ਵੀ ਨਹੀਂ ਬਣਦੀ ਟੋਪੀਆਂ ਵੇਚ ਕੇ। ਉਹ ਵਿਖਾਵਾ ਸੀਗਾ।
ਵੀ ਮੈਂ ਬੜਾ ਨੇਕ ਇਨਸਾਨ ਆ, ਮੈਂ ਸਰਕਾਰੀ ਖਜ਼ਾਨੇ ਦਾ ਪੈਸਾ ਨਹੀਂ ਵਰਤਦਾ, ਮੈਂ ਆਪਣੀ ਕਿਰਤ ਕਰਕੇ ਖਾਂਦਾ ਹਾਂ। ਸਤਿਗੁਰੂ ਨੰਗਾ ਕਰ ਰਹੇ ਹੋ ਔਰੰਗਜ਼ੇਬ ਨੂੰ, ਕਹਿੰਦੇ ਕਿ ਅਜ ਵਸਤ ਇਨਸਾਫ ਦੀ ਪਰਵਰੀ, ਕੈਸਾ ਇਨਸਾਫ ਹੈ ਤੇਰਾ, ਤੇ ਕੈਸੀ ਅਜੀਬ ਤੇਰੀ ਦੀਨ ਪਰਵਰੀ ਹੈ। ਕਿ ਹੈਪ ਅਸਤ ਸਦ ਹੈਪ ਈ ਸਰਵਰੀ। ਅਫਸੋਸ ਹੈ, ਅਫਸੋਸ ਹੈ, ਇੱਕ ਵਾਰੀ ਨਹੀਂ ਲੱਖ ਵਾਰੀ ਅਫਸੋਸ ਹੈ ਤੇਰੇ ਮੁਸਲਮਾਨ ਹੋਣ ਤੇ, ਤੇਰੇ ਦੀਨ ਦੇ ਦੀਨਦਾਰ ਹੋਣ ਤੇ। ਕਹਿੰਦਾ ਤਾਂ ਤੂੰ ਮੁਸਲਮਾਨ ਹੈ, ਪਰ ਮੁਸਲਮਾਨਾਂ ਵਾਲੀ ਤੇਰੇ 'ਚ ਇੱਕ ਵੀ ਗੱਲ ਨਹੀਂ ਹੈ। ਕਿ ਅਜਬ ਅਸਤ ਫਤਵੈ ਸ਼ੁਮਾ। ਲਾਨਤ ਹੈ ਤੈਨੂੰ, ਤੇਰੀ ਇਹ ਵਿਖਾਵੇ ਦੀ ਬੰਦਗੀ ਵੀ ਕੁਛ ਨਹੀਂ ਹੈ। ਕਿ ਅਜਬਸਤ ਫਤਵੈ ਸ਼ੁਮਾ, ਜਿਹੜੇ ਤੂੰ ਫਤਵੇ ਲਾਂਦਾ ਹੈ। ਫਤਵਾ ਸਾਧ ਸੰਗਤ ਜੀ, ਜਿਹੜਾ ਕਾਨੂੰਨ ਦੇ ਮੁਤਾਬਕ ਕੋਈ ਗੱਲ ਕੀਤੀ ਜਾਵੇ ਉਹਨੂੰ ਫਤਵਾ ਕਹਿੰਦੇ ਆ। ਕਾਜ਼ੀਆਂ ਕੋਲੋਂ ਫਤਵੇ ਲਵਾਏ ਜਾਂਦੇ, ਬਾਦਸ਼ਾਹ ਲਵਾਉਂਦਾ ਇਹ ਫਲਾਣੇ ਬੰਦੇ ਨੂੰ ਆਹ ਸਜ਼ਾ ਦਿੱਤੀ ਜਾਵੇ, ਇਹ ਕਾਨੂੰਨ ਕਹਿੰਦਾ, ਇਹ ਦੀਨ ਇਸਲਾਮ ਦੀ ਸ਼ਰ੍ਹਾ ਕਹਿੰਦੀ ਹੈ। ਉਹ ਕਿਤਾਬਾਂ ਪੜ੍ਹ ਕੇ ਕਾਜ਼ੀ ਲਾਉਂਦੇ ਆ। ਪਰ ਤੇਰੇ ਫਤਵੇ ਵੀ ਅਜਬ ਹਨ। ਤੇਰੇ ਫਤਵੇ ਨਿੱਕੇ ਨਿੱਕੇ ਬੱਚਿਆਂ ਤੇ ਹੀ ਲੱਗੇ ਹਨ। ਤੇਰੇ ਫਤਵੇ ਆਪਣੇ ਭਰਾਵਾਂ ਤੇ ਲੱਗੇ ਹਨ। ਦਾਰਾ ਸ਼ਿਕੋ ਬੜਾ ਬੰਦਗੀ ਵਾਲਾ ਭਗਤ ਬੰਦਾ ਸੀ, ਉਹਨੂੰ ਕਤਲ ਕਰਾਇਆ। ਮੁਰਾਦ ਬਖਸ਼ ਤੇ ਸੁਜਾ ਮੁਹੰਮਦ ਨੂੰ ਇਹ ਕਿਹਾ ਕਿ ਦਾਰੇ ਨੂੰ ਮਾਰ ਲਈਏ। ਮੁਰਾਦ ਬਖਸ਼ ਨੂੰ ਕਿਹਾ ਤੈਨੂੰ ਬਾਦਸ਼ਾਹ ਬਣਾਵਾਂਗਾ, ਤੇ ਉਧਰੋਂ ਸੁਜਾ ਮੁਹੰਮਦ ਨੂੰ ਵੱਖਰਾ ਕਿਹਾ ਤੈਨੂੰ ਬਾਦਸ਼ਾਹ ਬਣਾਵਾਂਗਾ। ਮੈਂ ਤਾਂ ਰੱਬ ਕਰਨਾ, ਤੁਹਾਨੂੰ ਬਾਦਸ਼ਾਹੀ ਦੇ ਕੇ ਮੈਂ ਮੱਕੇ ਚਲੇ ਜਾਣਾ। ਮੈਂ ਤਾਂ ਮੱਕੇ ਦਾ ਹੱਜ ਕਰਾਂਗਾ, ਮੱਕੇ ਹੀ ਰਵਾਂਗਾ, ਉੱਥੇ ਹੀ ਸਰੀਰ ਤਿਆਗਾਂਗਾ, ਤੇ ਤੁਸੀਂ ਬਾਦਸ਼ਾਹੀ ਕਰਨੀ ਹੈ। ਉਹ ਵਿਚਾਰੇ ਦੇ ਨਾਲ ਲੱਗ ਕੇ ਪਹਿਲਾਂ ਦਾਰੇ ਨੂੰ ਮਰਵਾਤਾ, ਫਿਰ ਉਹਨਾਂ ਨੂੰ ਰਗੜ ਕੇ ਖਤਮ ਕਰਕੇ ਸਾਰਾ ਕੁਝ ਸਾਂਭ ਕੇ ਬੈਠ ਗਿਆ। ਮਹਾਰਾਜ ਕਹਿੰਦੇ ਕਾਹਦਾ ਦੀਨਦਾਰ ਹੈ, ਕਿਹੜੇ ਪਾਸਿਓਂ ਤੂੰ ਸੱਚਾ ਹੈ। ਬਜੁਜ ਰਾਸਤੀ ਸੁਖਨ ਗੁਪਤਨ ਜੀਆ। ਮਹਾਰਾਜ ਕਹਿੰਦੇ ਜਿਹੜਾ ਸੁਖਨ, ਜਿਹੜਾ ਬਚਨ ਸੱਚ ਤੋਂ ਬਿਨਾਂ ਕਹੀਏ, ਯਾਨੀ ਝੂਠਾ ਬਚਨ ਹੋਵੇ, ਉਹਦੇ ਨਾਲ ਕਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ। ਝੂਠ ਬੋਲਣ ਨਾਲ ਹਰ ਵਾਰੀ ਹਾਰ ਹੁੰਦੀ ਹੈ, ਤੇ ਝੂਠ ਬੋਲਣ ਵਾਲੇ ਦਾ ਮੂੰਹ ਕਾਲਾ ਹੁੰਦਾ ਹੈ। ਕਦੀ ਉਹਨੂੰ ਫਾਇਦਾ ਨਹੀਂ ਹੋਇਆ, ਨੁਕਸਾਨ ਹੀ ਹੁੰਦਾ ਹੈ। ਔਰੰਗਜ਼ੇਬ ਤੂੰ ਝੂਠ ਤੇ ਝੂਠ ਬੋਲੇ ਨੇ, ਝੂਠ ਤੇ ਝੂਠ ਬੋਲੇ ਨੇ, ਸਾਰੀ ਜ਼ਿੰਦਗੀ ਤੂੰ ਝੂਠ ਹੀ ਬੋਲੇ ਨੇ। ਤੂੰ ਕਦੀ ਨੇਕ ਬਚਨ, ਆਪਣੀ ਸੱਚਾ ਬਚਨ ਕਦੀ ਨਹੀਂ ਕੀਤਾ। ਸਾਡੇ ਨਾਲ ਤੂੰ ਸ਼ਰੇਆਮ ਝੂਠ ਬੋਲਿਆ ਵੀ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡੋਗੇ, ਤੁਹਾਡਾ ਰਾਹ ਨਹੀਂ ਰੋਕਾਂਗੇ, ਤੁਸੀਂ ਜਿੱਧਰ ਮਰਜ਼ੀ ਜਾਓ, ਤੁਹਾਡਾ ਸਾਰਾ ਹਿੰਦੁਸਤਾਨ ਤੁਹਾਡੇ ਲਈ ਖੁੱਲ੍ਹਾ, ਤੇ ਤੁਸੀਂ ਵਾਪਸ ਅਨੰਦਪੁਰ ਆ ਜਾਏ ਜੇ ਤੁਹਾਨੂੰ ਕੁਝ ਨਹੀਂ ਕਵਾਂਗੇ, ਲੜਾਈ ਖਤਮ ਕਰ ਦਿਓ। ਉਹ ਸਾਰੀਆਂ ਗੱਲਾਂ ਤੇਰੀਆਂ ਝੂਠੀਆਂ ਹੀ ਤਾਂ ਨਿਕਲੀਆਂ ਹਨ। ਮੱਜਨ ਤੇਗ ਬਾਰ ਖੂਨ ਕਸ ਬੇਦਰੇਗ। ਤੂੰ ਬੇਦਰੇਗ ਹੋ ਕੇ, ਦਰੇਗ ਤੋਂ ਬਿਨਾਂ ਬੇਦਰੇਗ, ਦਰੇਗ ਕਹਿੰਦੇ ਤਰਸ ਕਰਨਾ, ਦਰੇਗ ਕਰਨਾ, ਤੇ ਬੇਦਰੇਗ ਦਾ ਮਤਲਬ ਤਰਸ ਨਾ ਕਰਨਾ। ਤੂੰ ਬੇਦਰੇਗ ਹੋ ਕੇ ਤਲਵਾਰਾਂ ਨਾ ਚਲਾ, ਤੂੰ ਬੇਤਰਸਾ ਹੋ ਕੇ ਬੰਦੇ ਨਾ ਮਾਰ। ਆਪਣੀ ਤਲਵਾਰ ਨੂੰ ਮਜ਼ਨ ਤੇਗ ਬਾ ਖੂਨੇ ਕਸ ਬੇਦਰੇਗ, ਕਿਸੇ ਦੇ ਲਹੂ ਵਿੱਚ ਆਪਣੀ ਤਲਵਾਰ ਨਾ ਭੇ, ਕਿਉਂਕਿ ਉਹ ਤਲਵਾਰ ਤੇਰੀ ਗਰਦਨ ਤੇ ਵੀ ਚੱਲਣੀ ਹੈ। ਤੁਰਾ ਨਿਜ ਖੂਨ ਅਸਤ ਬਾ ਚਰਕ ਤੇਗ। ਉਹ ਖੁਦਾ ਦੀ ਤਲਵਾਰ, ਉਸ ਰੱਬ ਦੀ ਤਲਵਾਰ ਤੇਰੀ ਗਰਦਨ ਤੇ ਲਟਕ ਰਹੀ ਹੈ। ਜਿਹੜੀ ਤੂੰ ਦੂਜਿਆਂ ਲਈ ਕੱਸੀ ਬੈਠਾ ਹੈ ਤਲਵਾਰ, ਉਹੀ ਤਲਵਾਰ ਪਰਮੇਸ਼ਰ ਤੈਨੂੰ ਵੀ ਮਾਰੇਗਾ, ਤੇ ਤੇਰਾ ਖੂਨ ਵੀ ਉਸੇ ਤੇਗ ਨਾਲ ਵਗੇਗਾ, ਕਿਉਂਕਿ ਖੁਦਾ ਦੀ ਤਲਵਾਰ ਤੋਂ ਕੋਈ ਨਹੀਂ ਬਚ ਸਕਦਾ। ਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਸਵਈਆ ਬੜਾ ਕਮਾਲ ਦਾ ਲਿਖਦੇ ਨੇ, ਬਚਿੱਤਰ ਨਾਟਕ ਪਹਿਲੇ ਅਧਿਆਏ ਵਿੱਚ। ਜੋ ਕਹੂੰ ਕਾਲ ਤੇ ਭਜ ਕੇ ਬਾਚੀਅਤ, ਤੋ ਕਹੋ ਕੁੰਟ ਬਿਖੈ ਭਜ ਜਈਐ। ਜੇ ਕੋਈ ਕਵੇ ਮੈਂ ਕਾਲ ਤੋਂ ਭੱਜ ਕੇ ਬਚ ਜਾਵਾਂਗਾ, ਕਿੱਥੇ ਜਾਏਗਾ? ਆਗੇ ਹੀ ਕਾਲ ਧਰੇ ਅਸ ਗਾਜਤ, ਛਾਜਤ ਹੈ ਜੇ ਤੇ ਨਸ ਆਈਐ। ਕਾਲ ਅੱਗੇ ਤਲਵਾਰ ਲੈ ਕੇ ਖੜਾ ਮਾਰਨ ਵਾਸਤੇ। ਐਸੋ ਨਾ ਕਹਿ ਗਏ ਉਹ ਕੋਈ ਸੋ ਦਾਵਰ ਜਾਹੇ, ਉਹ ਪਾਵ ਸੋ ਘਾਵ ਬਚਈਐ। ਇਹੋ ਜਿਹਾ ਕੋਈ ਦਾ ਪੇਚ ਅਜੇ ਤਾਈਂ ਖਿਡਾਰੀਆਂ ਨੇ ਨਹੀਂ ਦੱਸਿਆ। ਗੱਤਕੇ ਦੇ ਖਿਡਾਰੀ
ਗੱਤਕਾ ਸਿਖਾਉਂਦੇ ਨੇ, ਮਾਰਨਾ ਵੀ ਸਿਖਾਉਂਦੇ ਨੇ ਤੇ ਰੋਕਣਾ ਵੀ ਸਿਖਾਉਂਦੇ ਨੇ। ਪਰ ਅੱਜ ਤਾਈਂ ਕੋਈ ਗੱਤਕੇ ਦਾ ਖਿਡਾਰੀ ਇਹ ਨਹੀਂ ਦੱਸ ਸਕਿਆ ਵੀ ਅਕਾਲ ਪੁਰਖ ਦੀ ਤੇਗ ਕਿਵੇਂ ਰੋਕਣੀ ਹੈ। ਐਸੋ ਨਾ ਕਹਿ ਗਏ ਉਹ ਕੋਈ ਸੋ ਦਾਵਰੇ ਜਾਹੇ ਉਪਾਵ ਸੋ ਘਾਵ ਬਚਈਐ। ਜਾਤੇ ਨਾ ਛੂਟੀ ਹੈ ਮੂੜ ਕਹੂੰ ਹੱਸ ਤਾਂ ਕਿ ਨਾ ਕਿਉਂ ਸ਼ਰਨਾਗਤ ਜਈਐ। ਉਹ ਜਿਹਦੇ ਤੋਂ ਭੱਜ ਨਹੀਂ ਸਕਦੇ ਫਿਰ ਉਹਦੀ ਸ਼ਰਨ ਕਿਉਂ ਨਹੀਂ ਫੜ ਲੈਂਦੇ। ਭੱਜ ਸਕਣਾ ਹੀ ਨਹੀਂ, ਕਿੱਥੇ ਜਾਵਾਂਗੇ। ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਸਾਡੇ ਕੋਲੋਂ ਬਚ ਜਾਏਗਾ, ਲੋਕਾਂ ਕੋਲੋਂ ਬਚ ਜਾਏਗਾ, ਰੱਬ ਤੋਂ ਨਹੀਂ ਬਚ ਸਕਦਾ। ਰੱਬ ਦੀ ਤਲਵਾਰ ਤੇਰੇ ਸਿਰ ਤੇ ਤੇਰਾ ਲਹੂ ਪੀਣ ਲਈ ਲਟਕ ਰਹੀ ਹੈ। ਤੂੰ ਗਾਪਲ ਮਸੋ ਮਦ ਯਜਦਾ ਹੀ ਰਾਸ। ਤੂੰ ਬੇਸਮਝ ਹੋ ਕੇ ਘੂਕ ਸੁੱਤਾ ਪਿਆ। ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾਈ ਬੈਠਾ ਹੈ, ਉਹਦਾ ਡਰ ਵਿਸਾਰੀ ਬੈਠਾ ਹੈ। ਤੂੰ ਉਹਦਾ ਡਰ ਨਾ ਵਿਸਾਰ। ਕਿ ਉਹ ਬੇਨਿਆਜ ਅਸਤ ਉਹ ਬੇਪਾਸ। ਕਿ ਉਹ ਬੇਨਿਆਜ ਅਸਤ, ਕਿ ਉਹ ਬੇਸ਼ੁਪਾਸ। ਉਹ ਜਿਹੜਾ ਪਰਮਾਤਮਾ ਹੈ ਉਹ ਕਿਸੇ ਤੋਂ ਡਰਦਾ ਨਹੀਂ ਤੇ ਨਾ ਹੀ ਉਹ ਕਿਸੇ ਨਾਲ ਲਿਹਾਜ਼ਦਾਰੀ ਰੱਖਦਾ ਵੀ ਕੋਈ ਖਾਸ ਹੈ ਕੋਈ ਆਮ ਹੈ ਉਹਦੇ ਘਰ। ਉਹਦੇ ਲਈ ਸਾਰੇ ਇੱਕੋ ਜਿਹੇ ਨੇ। ਉਹਦੇ ਘਰ ਰਿਸ਼ਵਤ ਵੀ ਨਹੀਂ ਚੱਲਦੀ ਵੀ ਤੂੰ ਪੈਸਾ ਦੇ ਕੇ ਕਹੇਂਗਾ ਮੈਂ ਬਾਦਸ਼ਾਹ ਹਾਂ, ਕੋਈ 2-4 ਕਰੋੜ ਰੱਬ ਨੂੰ ਦੇ ਦਿਆਂਗਾ ਤੇ ਮੈਂ ਬਚ ਜਾਵਾਂਗਾ, ਇਹ ਗੱਲ ਵੀ ਨਹੀਂ ਹੋਣੀ। ਔਰ ਜੇ ਤੂੰ ਕਹੇਂਗਾ ਵੀ ਮੈਂ ਕਿਸੇ ਪੀਰ ਫਕੀਰ ਦੀ ਉੱਥੇ ਸਿਫਾਰਿਸ਼ ਪਵਾ ਦਿਆਂਗਾ, ਉੱਥੇ ਸਿਫਾਰਿਸ਼ ਵੀ ਨਹੀਂ ਚੱਲਣੀ, ਉੱਥੇ ਰਿਸ਼ਵਤ ਵੀ ਨਹੀਂ ਚੱਲਣੀ, ਉੱਥੇ ਕੋਈ ਵੱਡੇ ਛੋਟੇ ਦਾ ਲਿਹਾਜ਼ਦਾਰੀ ਨਹੀਂ ਚੱਲਣੀ। ਉਸ ਦਰਗਾਹ ਵਿੱਚ ਤਾਂ ਉੱਥੇ ਸੱਚੇ ਹੀ ਸੱਚ ਨਿਬੜਾ। ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲਾ ਦੋਜਕ ਚਾਲਿਆ। ਤੇਰੇ ਨਾਹੇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਉੱਥੇ ਦਾ ਇਹ ਵਰਤਾਰਾ ਵਰਤਦਾ ਹੈ ਕਿ ਉਹ ਬੇਮੁਹਾਬਸਤ ਸ਼ਾਹਿਨਸ਼ਾਹ। ਉਹ ਬੇਮੁਹਾਬਸਤ ਡਰ ਤੋਂ ਬਿਨਾ, ਮੁਹਾਬਸਤ ਡਰ ਤੋਂ ਬਿਨਾ, ਬੇਮੁਹਾਬ ਹੈ। ਇੱਥੇ ਸੰਸਾਰ ਦੇ ਵਿੱਚ ਸਾਰੇ ਡਰਦੇ ਨੇ। ਡਰ ਪੈ ਧਰਤ ਆਕਾਸ਼ ਨਖਿਅਤਰਾ ਸਿਰ ਉੱਪਰ ਅਮਰ ਕਰਾਰਾ। ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ। ਧਰਤੀ ਡਰਦੀ, ਆਕਾਸ਼ ਡਰਦਾ, ਤਾਰੇ ਡਰਦੇ ਨੇ, ਇੰਦਰ ਦੇਵਤਾ ਡਰਦਾ। ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ। ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ। ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ। ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ। ਸਾਰੇ ਡਰਦੇ ਨੇ। ਚੂਹਾ ਬਿੱਲੀ ਤੋਂ ਡਰਦਾ ਤੇ ਬਿੱਲੀ ਕੁੱਤੇ ਤੋਂ ਡਰਦੀ। ਕੁੱਤਾ ਡੰਡੇ ਤੋਂ ਡਰਦਾ, ਡੰਡਾ ਅੱਗ ਤੋਂ ਡਰਦਾ, ਅੱਗ ਪਾਣੀ ਤੋਂ ਡਰਦੀ, ਪਾਣੀ ਹਵਾ ਤੋਂ ਡਰਿਆ ਉੱਡਦਾ ਫਿਰਦਾ ਤੇ ਹਵਾ ਆਕਾਸ਼ ਪੁਰਖ ਤੋਂ ਡਰਦੀ। ਸਾਰੇ ਡਰਦੇ ਹੈ, ਵੱਡੇ ਤੋਂ ਵੱਡੇ ਡਰਦੇ ਹਨ। ਇੱਕ ਆ ਨਿਰਭਉ ਬਾਤ ਸੁਣੀ, ਇੱਕ ਅਕਾਲ ਪੁਰਖ ਨਹੀਂ ਡਰਦਾ ਕਿ ਉਹ ਬੇਮੁਹਾਬਸਤ ਸ਼ਾਹਿਨਸ਼ਾਹ। ਉਹ ਮਹਾਰਾਜ ਨਿਰਭਉ ਹੈ ਤੇ ਸ਼ਹਿਨਸ਼ਾਹ, ਸ਼ਾਹਾਂ ਦਾ ਸ਼ਾਹ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ। ਜ਼ਮੀਨੋ ਜਮਾਰਾ ਸੱਚੇ ਪਾਤਸ਼ਾਹ। ਉਹ ਜ਼ਮੀਨੋ ਜ਼ਮਾਨ, ਧਰਤੀ ਅਸਮਾਨ ਦਾ, ਦੋਹਾਂ ਜਹਾਨਾਂ ਦਾ ਸੱਚਾ ਪਾਤਸ਼ਾਹ ਹੈ। ਉਹ ਸੱਚਾ ਹੈ। ਬਾਕੀ ਬਾਦਸ਼ਾਹ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕੋਈ 50 ਸਾਲ ਰਾਜ ਕਰ ਲੇਗਾ, ਕੋਈ 40 ਕਰ ਲੇਗਾ, ਕਿੰਨਾ ਕੁ ਰਾਜ ਕਰ ਲੇਗਾ। ਜਿੰਨੀ ਉਮਰ, ਸਾਰੀ ਉਮਰ ਵੀ ਰਾਜ ਕਰ ਲੈ ਫਿਰ ਵੀ ਮਾਰੀ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਵਰਗਾ ਕੋਈ ਰਾਜਾ ਨਹੀਂ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਤੂੰ ਵੀ ਉਹਨਾਂ ਵਿੱਚੋਂ ਹੀ ਹੈ। ਤੂੰ ਝੂਠਾ ਬਾਦਸ਼ਾਹ ਹੈ, ਉਹ ਸੱਚਾ ਬਾਦਸ਼ਾਹ ਹੈ। ਖੁਦਾਵੰਦ ਇਜ਼ਤ ਜ਼ਮੀਨੋ ਜਮਾ। ਉਹ ਖੁਦਾਵੰਦ ਇਜ਼ਤ ਇੱਕੋ ਇੱਕ ਹੈ ਤੇ ਆਪਣੇ ਆਪ ਤੋਂ ਪੈਦਾ ਹੋਇਆ। ਤੇਰਾ ਪਿਓ ਸ਼ਾਹਜਹਾਨ ਤੈਨੂੰ ਜੰਮ ਗਿਆ
ਪਰ ਉਸ ਸੱਚੇ ਪਾਤਸ਼ਾਹ ਨੂੰ ਕਿਸੇ ਪਿਓ ਨੇ ਨਹੀਂ ਜਨਮ ਦਿੱਤਾ, ਉਹਦੀ ਮਾਂ ਵੀ ਕੋਈ ਨਹੀਂ, ਉਹਦਾ ਪਿਓ ਵੀ ਕੋਈ ਨਹੀਂ। ਆਪਣੇ ਆਪ ਸਹਿ ਭੰਗ, ਸਹਿ ਭੰਗ मैंने अपने आप तो, सह मैंने स्वयं, स्वयं मैंने अपने, भंग मैंने हो गया, अपने आप तो होया। थाप्या ना जाए कीता ना होए, आपे आप निरंजन सोए। वो थाप्या नहीं जाता किसे द्वारा, बनाया नहीं जाता किसे द्वारा, वो तो अपने आप ही बनया है। और जमीनो जमा, वो धरती ते आसमान दोवां दा मालिक है। दुनिया का कोई भी बादशाह पहली गल तो पूरी धरती का मालिक नहीं बन जाता, दूजे बादशाह नाल ही बैठे होंदे ने हद्दां रोक के, ये साडी है परे हो। जोर नाल सारी धरती का भी बन जावे, आसमान का नहीं बन सकता, सारे ब्रह्मंड का नहीं बन सकता। सारे ब्रह्मंड का पातशाह ओही है। कुनिंदयस्त हर कस मकीनो मकान, वो हर चीज नूं बनाउण वाला है। मकीनो मकान, शहरां नूं, पिंडां नूं, मुल्कां नूं, देशां विदेशां नूं उहने रचिया है। ओहदी बनाई दुनिया चल रही है, बंदे दी नहीं चल सकती। ये एवें भुलेखा भी मैं चला रहा दुनिया, औरंगजेब तेरा भुलेखा झूठा है। तेरे तो पहला भी चलती सी, तेरे तो बाद भी चलनी है। तू तो 4 दिन की नौबत बजा के चले जाना है। कुनिंदस्त हर कश मकीनो मकान, सब चीज़ां नूं चलाण वाला, सारे मनुखां नूं, पशुआं नूं, पंछियां नूं, इस्त्रियां नूं, पुरुषां नूं पैदा करके रोजी देण वाला इक्को है। हम अज पीर मोरो, हम अज फील ताना। ओ परमात्मा कीड़ी तो लैके हाथी तक, बच्चे तो लैके बुढ़े तक, इस्त्री तो लैके पुरुष तक, मच्छर तो लैके गरड़ तक, इंसान तो लैके ब्रह्मा तक, सारियां ताकतां नूं पालण वाला है। सब दा मालिक इक्को है। के आजज निवाज अस्त गाफल निशिकान, वो आजिज गरीब लोकां नूं निवाजण वाला है। जिहड़े भगत परमेश्वर दे प्यारे गरीब जे बन के रहिंदे ना, ਉਹਦੇ ਅੱਗੇ ਕਹਿੰਦੇ ਨੇ ਮਹਾਰਾਜ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਉਹਨਾਂ ਦੀ ਬਾਂਹ ਫੜ ਲੈਂਦਾ, ਉਹਨਾਂ ਗਰੀਬਾਂ ਨੂੰ ਨਿਵਾਜਦਾ। ਤੇ ਪਰ ਦੂਜੇ ਪਾਸੇ ਗਾਫਲ ਸ਼ਿਕਨ, ਜਿਹੜੇ ਗਫਲਤ ਦੀ ਨੀਂਦ ਸੌਂਦੇ ਨੇ, ਕਹਿੰਦੇ ਰੱਬ ਨੂੰ ਅਸੀਂ ਕੀ ਸਮਝਦੇ ਹਾਂ, ਰੱਬ ਹੈ ਹੀ ਕੋਈ ਨਹੀਂ, ਅਸੀਂ ਰੱਬ ਹਾਂ। ਫਿਰ ਉਹਨਾਂ ਦਾ ਹੰਕਾਰ ਗਿੱਚੀਓਂ ਫੜ ਕੇ ਤੋੜ ਦਿੰਦਾ ਹੈ। उन्हां हंकारियां नूं मार के निवा दिंदा है। के ओरा चो इसमयास्त आजिज निवाज, ओरा उस दा जिहड़ा नाम है गरीब निवाज है। आखो श्री वाहिगुरू। गरीब निवाज गुसैया मेरा माथे छतर धरै, ओदा नाम ही आजिज निवाज। आजिज मैंने गरीब, दुखी, निवाणा, निताणा। ਜਿਹੜਾ ਕਹਿੰਦਾ ਮਹਾਰਾਜ ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਗਰੀਬ ਨਿਵਾਜ ਕੋਈ ਨਹੀਂ, ਮੈਂ ਤੇਰੀ ਸ਼ਰਨ 'ਚ ਆ ਗਿਆ, ਉਹਨੂੰ ਕਹਿੰਦਾ ਆ ਜਾ। ਫਿਰ ਜਿਹੜਾ ਨਿਮਾਣਾ ਬਣ ਕੇ, ਸਾਧ ਸੰਗਤ ਜੀ ਅਸੀਂ ਗੁਰਦੁਆਰੇ ਆਉਂਦੇ ਹਾਂ ਪਰ ਬੜੇ ਮਾਣ ਨਾਲ ਆਉਂਦੇ ਹਾਂ, ਤੇ ਤਾਂ ਹੀ ਤਾਂ ਸਾਡੀ ਗੱਲ ਨਹੀਂ ਬਣਦੀ। ਸੱਚੇ ਪਾਤਸ਼ਾਹ ਸਾਡੇ ਅੰਦਰੋਂ ਮਾਣ ਕੱਢ ਦੇਵੇ, ਨਿਮਾਣੇ ਬਣਾਵੇ। ਫਿਰ ਨਿਮਾਣੇ ਬਣ ਕੇ ਆਖੀਏ जप तप संजम धर्म ना कमाया, सेवा साधना जान्या हर राया। कहो नानक हम नीच कर्मा, शरण परे की राखो शर्मा। इस तरीके नाल बेनती करिए। गरीब नवाज साडी बेनती सुन लैण। के ओबे सुपास अस ओबे निवाज, ओ परमात्मा लोड़ां तो, ख्वाहिशां तो, इच्छावां तो रहत है। ਉਹਨੂੰ कोई इच्छा नहीं। कोई गुरुद्वारे आके 1000 ਦਾ नोट चढ़ावे, ਭਾਵੇਂ कोई 5 पैसे चढ़ावे, ਉਹਦੇ ਲਈ ਦੋਵੇਂ ਇੱਕੋ ਨੇ, ਉਹਨੂੰ ਚਾਹੀਦਾ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਉਹਨੂੰ ਨਹੀਂ ਚਾਹੀਦੇ। ਇਹ ਤਾਂ ਸਾਡਾ ਜਿਹੜਾ ਹੈ ਨਾ ਧਰਮ ਸਫਲ, ਮਾਇਆ ਸਫਲ ਹੁੰਦੀ ਹੈ ਜਦੋਂ ਲੰਗਰ 'ਚ ਪਾਉਂਦੇ ਆ। ਉਹਨੂੰ ਨਹੀਂ ਚਾਹੀਦੇ, ਉਹ ਨਹੀਂ ਮੰਗਦਾ, ਉਹ ਬੇਖਾਹਿਸ਼ ਹੈ। ਉਹ ਕਿ ਉਹ ਬੇਸ਼ੁਬਾਸ਼ ਅਸਤ, ਲੋੜ ਤੋਂ ਹੀ ਰਹਿਤਾ, ਉਹਨੂੰ ਲੋੜ ਹੀ ਕੋਈ ਨਹੀਂ। ਨਾ ਉਹਨੂੰ ਭੁੱਖ ਲੱਗੇ, ਨਾ ਉਹਨੂੰ ਨੀਂਦ ਆਵੇ, ਨਾ ਉਹਨੂੰ ਬਿਸਤਰਾ ਚਾਹੀਏ, ਨਾ ਉਹਨੂੰ ਮੰਜਾ ਚਾਹੀਏ। ਉਹ ਤਾਂ ਸਾਰਿਆਂ ਤੋਂ ਉੱਪਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਜਿਹੜੀ ਭੇਟਾ ਦੇਣੀ ਹੈ ਨਾ, ਆਪਣੀ ਕਿਰਤ ਨੂੰ ਸਫਲ ਕਰਨਾ, ਉਹ ਗੁਰੂ ਕੇ ਲੰਗਰ ਚਲਾਣੇ, ਸੇਵਾ ਕਰਨੀ, ਉਹ ਸਾਡਾ ਭਲਾ। ਜੇ ਅਸੀਂ ਕਹੀਏ ਵੀ ਅਸੀਂ ਗੁਰਦੁਆਰੇ ਦਿੰਦੇ ਹਾਂ ਤੇ ਗੁਰਦੁਆਰਾ ਚੱਲਦਾ, ਉਹ ਫਿਰ ਸਾਡਾ ਭੁਲੇਖਾ ਹੈ। ਔਰੰਗਜ਼ੇਬ, ਜੋ ਤੂੰ ਦਾਨ ਕਰਦਾ ਹੈ, ਰੱਬ ਤੇਰੇ ਦਾਨ ਦਾ ਭੁੱਖਾ ਨਹੀਂ ਹੈ। ਉਹਨੂੰ ਲੋੜ ਹੀ ਨਹੀਂ। ਤੇਰਾ ਦਾਨ ਹੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਉਹ ਪਾਤਸ਼ਾਹ ਦਾ ਪਾਤਸ਼ਾਹ, ਕੌਡੀ ਦਮੜੀ ਨਾਲ ਭਲਾ ਉਹਨੂੰ ਅਸੀਂ ਕੀ ਰਿਝਾ ਲਵਾਂਗੇ। ਕਿ ਓ ਬੇਨਗੂ ਅਸ ਓ ਬੇਚਗੂ। ਉਹ ਪਰਮਾਤਮਾ ਨਮੂਨਿਆਂ ਤੋਂ ਰਹਿਤ ਹੈ। ਉਹਦਾ ਕੋਈ ਚੱਕਰ ਚੇਨ ਰੂਪ ਰੰਗ ਜਾਤ ਪਾਤ ਨਹੀਂ ਹੈ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿ ਉਹ ਬੇਨਗੂ ਅਸਤ ਕਿ ਉਹ ਬੇਚਗੂ। ਉਹ ਰੂਪਾਂ ਰੰਗਾਂ ਰੇਖਾਂ ਭੇਖਾਂ ਤੋਂ ਸਭ ਤੋਂ ਰਹਿਤ ਹੈ। ਕਿ ਉਹ ਰਹਿਨਮੂ ਅਸਤ ਉਹ ਰਹਿਨਮੂ। ਉਹ ਰਹਿਨੁਮਾਈ ਕਰਦਾ ਹੈ, ਰਾਹ ਦੱਸਦਾ ਹੈ, ਮਾਰਗਦਰਸ਼ਕ ਹੈ ਸਾਰਿਆਂ ਦਾ। ਸਾਰਿਆਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਨੂੰ ਰੋਜ਼ੀ ਦੇਣ ਦਾ, ਕਮਾਈ ਕਰਨ ਦਾ ਵੀ ਰਾਹ ਉਹਨੇ ਬਣਾਇਆ ਹੋਇਆ। ਸ਼ੇਰ ਦੀ ਰੋਟੀ ਉਹਨੂੰ ਵੀ ਦੱਸੀ ਵੀ ਕਿਵੇਂ ਖਾਣੀ ਹੈ। ਗਊ ਨੂੰ ਘਾਹ ਖਾਣਾ ਉਹਨੂੰ ਵੀ ਦੱਸਿਆ ਹੋਇਆ, ਰਾਹ ਦੱਸਿਆ ਹੋਇਆ ਉਹਨੇ। ਫਿਰ ਉਹਨੇ ਹਰ ਬੰਦੇ ਦਾ, ਹਰ ਜੀਵ ਦਾ ਖਿਆਲ ਰੱਖਣਾ। ਅਸੀਂ ਇਕੱਲੇ ਹੀ ਨਹੀਂ ਉਹਦੇ ਘਰ ਸਾਰੇ ਹੀ ਨੇ, ਤੇ ਸਾਰਿਆਂ ਦੀ ਉਹ ਰਾਖੀ ਕਰਦਾ, ਤੇ ਸਾਰਿਆਂ ਦਾ ਇੱਕੋ ਜਿਹਾ ਪਿਓ ਹੈ। ਹਾਂਜੀ। ਕਿ ਬਰਸਰ ਤੁਰਾ ਫਰਜ਼ ਕਸਮ ਕੁਰਾ। ਦੇਖ ਬਾਦਸ਼ਾਹ ਔਰੰਗਜ਼ੇਬ, ਤੇਰੇ ਸਿਰ ਤੇ ਕਰਜ਼ਾ, ਕਿ ਬਰਸਰ ਤੇਰੇ ਸਿਰ ਦੇ ਉੱਤੇ ਤੁਰਾ ਫਰਜ਼, ਤੇਰਾ ਫਰਜ਼ ਹੈ। ਕਸਮੇ ਕੁਰਾਂ, ਜਿਹੜਾ ਤੂੰ ਕਸਮ ਖਾਧੀ ਸੀ ਨਾ ਵੀ ਮੈਂ ਕੁਰਾਨ ਦੀ ਕਸਮ ਖਾਂਦਾ ਹਾਂ। ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਆਨੰਦਪੁਰ ਦਾ ਕਿਲ੍ਹਾ ਛੱਡ ਦਿਓ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਉਹ ਕਸਮ ਤੇ ਤੂੰ ਖਾਧੀ ਸੀ, ਸਾਡੇ ਕੋਲ ਲਿਖੀ ਹੋਈ ਹੈ, ਤੇਰੇ ਸੈਨ ਹੋਏ ਨੇ, ਤੇਰੀ ਮੋਹਰ ਲੱਗੀ ਹੈ, ਤੇਰੇ ਹੱਥ ਦੀ ਲਿਖੀ ਹੋਈ ਹੈ, ਕੁਰਾਨ ਦੇ ਉੱਤੇ ਲਿਖੀ ਹੋਈ ਹੈ। ਉਹ ਚੀਜ਼ ਤੋਂ ਤੂੰ ਮੁੱਕਰ ਨਹੀਂ ਸਕਦਾ। ਬਾ ਗੁਪਤੈ ਸ਼ੁਮਾ ਕਾਰ ਖੂਬੀ ਰਸਾ। ਔਰ ਜੇ ਤੂੰ ਕਹਿਣਾ ਉਹ ਅਸੀਂ ਆਪਣੇ ਕੋਲ ਲਿਖੀ ਹੋਈ ਹੈ, ਸਾਂਭ ਕੇ ਰੱਖੀ ਹੋਈ ਹੈ, ਤੇ ਜ਼ਬਾਨੀ ਵੀ ਤੇਰਾ ਕਾਜੀ ਸਾਡੇ ਨਾਲ ਗੱਲ ਕਰ ਗਿਆ। ਹੁਣ ਤੇਰਾ ਫਰਜ਼ ਬਣਦਾ ਹੈ ਵੀ ਉਸ ਗੱਲ ਵੱਲ ਧਿਆਨ ਦੇ, ਜਿਹੜਾ ਤੂੰ ਵਾਅਦਾ ਕੀਤਾ ਹੈ ਉਹ ਆਪਣੇ ਵਾਅਦੇ ਨੂੰ ਕਰ। ਬਾਬਾ ਆਇਦ ਤੂੰ ਦਾਨਜ ਪ੍ਰਸਤੀ ਕੁਣੀ। ਮਹਾਰਾਜ ਕਹਿੰਦੇ ਜੇ ਤੂੰ ਖੁਦਾ ਦਾ, ਧਰਮ ਦਾ, ਸਚਾਈ ਦਾ ਰਾਹ ਫੜਦਾ ਹੈ ਕਿ ਦਾਨਸ਼ ਪ੍ਰਸਤੀ, ਤੂੰ ਇੱਕ ਸਿਆਣਾ ਬੰਦਾ ਬਣ ਕੇ, ਦਾਨਾ ਬੰਦਾ ਬਣ ਕੇ ਚੱਲਣਾ ਚਾਹੁੰਦਾ ਹੈ। ਬਾਕਾਰੇ ਸ਼ੁਮਾ ਚਿਰੈ ਹਸਤੀ ਦਸਤੀ ਕੁਣੀ। ਤਾਂ ਫਿਰ ਤੈਨੂੰ ਚਾਹੀਦਾ ਹੈ ਵੀ ਇਸ ਕੰਮ ਦੇ ਵਿੱਚ ਦੇਰ ਨਾ ਕਰ। ਇਹ ਕੰਮ ਬਹੁਤ ਛੇਤੀ ਦੇ ਨਾਲ ਤੂੰ ਪਾਲਣਾ ਕਰ ਇਸ ਕੰਮ ਦੀ। ਚਿਹਾ ਸ਼ੋਧ ਕੇ ਚੋਂ ਬਚਕਾ ਕੁਸ਼ਤੈ ਚਾਰ। ਆਖੋ ਸਤਨਾਮ। ਮਹਾਰਾਜ ਕਹਿੰਦੇ ਚਿਹਾ ਸ਼ੁੱਧ ਕੇ ਚੂੰ ਬਚਕਾਂ ਕੁਸ਼ਤੈ ਚਾਰ। ਕੀ ਹੋਇਆ ਔਰੰਗਜ਼ੇਬ, ਕੀ ਹੋਇਆ ਜੇ 4 ਬੱਚੇ ਮਾਰ ਦਿੱਤੇ ਤੂੰ ਮੇਰੇ, ਕੁਸ਼ਤੈ ਕੋਹ ਦਿੱਤੇ, ਸ਼ਹੀਦ ਕਰ ਦਿੱਤੇ। 2 ਚਮਕੌਰ ਦੇ ਜੰਗ ਵਿੱਚ ਤੇ 2 ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣ ਕੇ ਤੂੰ 4 ਬੱਚੇ ਮਾਰ ਦਿੱਤੇ। ਚਿਹਾ ਸ਼ੁੱਧ ਕੇ ਚੂੰ ਬਚਕਾਂ ਕੁਸ਼ਤੈ ਚਾਰ। 4 ਬੱਚੇ ਕੋਹ ਦਿੱਤੇ, ਸ਼ਹੀਦ ਕਰ ਦਿੱਤੇ। ਕਿ ਬਾਕੀ ਬਿਮਾਦ ਅਸਤ ਪੇਚੀ ਤੈ ਮਾਰ। ਮਹਾਰਾਜ ਕਹਿੰਦੇ ਅਜੇ ਕੁੰਡਲੀਆ ਨਾਗ ਜਿਉਂਦਾ, ਫਨੀਅਰ ਨਾਗ, ਕਿ ਬਾਕੀ ਬਿਮਾਦ ਅਸਤ, ਕਿ ਬਾਕੀ ਬਚਿਆ ਹੋਇਆ। ਪੇਚੀਦਾ, ਪੇਚੀਦਾ ਕੀ ਹੁੰਦਾ? ਪੇਚ ਪਾ ਕੇ ਬਹਿਣ ਵਾਲਾ। ਪੇਚ ਪਾ ਕੇ ਕੌਣ ਬਹਿੰਦਾ? ਸੱਪ। ਫਨੀਅਰ ਕੁੰਡਲੀਆ ਕੋਬਰਾ,
ਜਿਹੜਾ ਸਾਰਿਆਂ ਤੋਂ ਜ਼ਰੀਲਾ ਹੈ, ਪੇਚ ਪਾ ਕੇ ਬੈਠਾ ਹੈ, ਮੇਰਾ ਖਾਲਸਾ ਜਿਉਂਦਾ। ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਖਾਲਸੇ ਨੂੰ ਆਪਣਾ ਭੁਜੰਗੀ ਕਹਿੰਦੇ ਹਨ। ਪੁਰਾਤਨ ਗ੍ਰੰਥਾਂ ਵਿੱਚ ਭੁਜੰਗੀ ਸ਼ਬਦ ਆਉਂਦਾ ਹੈ। ਅੱਜ ਕੱਲ੍ਹ ਪੰਜਾਬ ਵਾਲੇ ਤੇ ਬਾਹਰ ਵਾਲੇ ਆਪਣੇ ਬੱਚਿਆਂ ਨੂੰ ਮੁੰਡਾ ਕਹਿਣ ਲੱਗ ਪਏ। ਪਰ ਤੁਸੀਂ ਮਹਾਨ ਕੋਸ਼ ਪੜ੍ਹ ਲਓ ਤੇ ਪੁਰਾਣੇ ਗ੍ਰੰਥ ਪੜ੍ਹ ਲਓ, ਉਹ 'ਚ ਲਿਖਿਆ ਹੈ ਕਿ ਪੁਰਾਣੇ ਸਿੰਘ ਆਪਣੇ ਬੱਚੇ ਨੂੰ ਮੁੰਡਾ ਕਹਿਣ ਤੇ ਲੜ ਪਿਆ ਕਰਦੇ ਸਨ। ਤਲਵਾਰਾਂ ਨਿਕਲ ਆਉਂਦੀਆਂ ਨਿਹੰਗਾਂ ਸਿੰਘਾਂ ਵਿੱਚ ਤੇ ਅਜੇ ਵੀ ਹੈ। ਕਿਸੇ ਨਿਹੰਗ ਸਿੰਘ ਦੇ ਬੱਚੇ ਨੂੰ ਮੁੰਡਾ ਕਹਿ ਦਿਓ, ਡਾਂਗ ਚੁੱਕ ਲੈਂਦਾ। ਠਹਿਰੋ, ਇਹ ਕੱਚਿਆ ਪੇਲਿਆ ਮੁੰਡਾ ਹੁਣ ਸਾਡੇ ਦੁਸ਼ਮਣ, ਮੁੰਡਾ ਕਿਉਂ ਕਹਿ ਦੂੰ? ਮੁੰਡੇ ਦਾ ਮਤਲਬ ਹੁੰਦਾ ਸਿਰ ਮੁੰਡਿਤ ਕਰ ਦੇਣਾ। ਜਿਹਨੂੰ ਅਸੀਂ ਜੋ ਕਵਾਂਗੇ ਜੇ ਉਹ ਬਣ ਜਾਵੇ ਤੇ ਹਰਜ ਕੀ ਹੈ? ਫਿਰ ਸਾਡਾ ਹੀ ਕਸੂਰ ਹੈ ਨਾ। ਖਾਲਸੇ ਦਾ ਬੋਲਾ ਹੈ ਭੁਜੰਗੀ ਕਹਿਣਾ। ਭੁਜੰਗੀ ਦਸਵੇਂ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕਿਹਾ, ਮੇਰਾ ਭੁਜੰਗੀ ਹੈ ਮੇਰਾ ਖਾਲਸਾ। ਇਹ ਪੰਕਤੀ ਇਸ ਗੱਲ ਦੀ ਗਵਾਹ ਹੈ ਕਿ ਬਾਕੀ ਬਾਮਾ ਪੇਚੀ ਦਾ ਮਾਰ ਵੀ ਫਾਰਸੀ ਦੇ ਵਿੱਚ ਸੱਪ ਨੂੰ ਕਹਿੰਦੇ ਆ। ਪੰਜਾਬੀ 'ਚ ਤਾਂ ਮਾਰ ਦਾ ਅਰਥ ਹੁੰਦਾ ਮਾਰਨਾ, ਕੁੱਟਣਾ, ਪਰ ਫਾਰਸੀ 'ਚ ਤੁਸੀਂ ਕਿਸੇ ਫਾਰਸੀ ਪੜ੍ਹੇ ਨੂੰ ਪੁੱਛ ਲੈਣਾ ਮਾਰ ਕੀ ਹੁੰਦਾ, ਉਹ ਕਹੇਗਾ ਮਾਰ ਦਾ ਮਤਲਬ ਹੁੰਦਾ ਸੱਪ। ਕੁੰਡਲੀਆ ਨਾਗ, ਕੁੰਡਲੀਆ ਨਾਗ ਜਿਉਂਦਾ ਹੈ, ਫਨੀਅਰ ਨਾਗ। ਕਿਸੇ ਸਾਧ ਦੇ ਪੈਰ ਤੇ ਕਹਿੰਦੇ ਗੰਦਗੀ ਲੱਗ ਗਈ ਤੇ ਉਹਨੇ ਚੰਗੀ ਤਰ੍ਹਾਂ ਧੋਈ, ਪਰ ਉਹਦਾ ਵਹਿਮ ਨਾ ਨਿਕਲਿਆ। ਕਈ ਬੰਦੇ ਬੜੇ ਵਹਿਮੀ ਹੁੰਦੇ, 4-5 ਵਾਰੀ ਹੱਥ ਧੋ ਕੇ ਫਿਰ ਵੀ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਵੀ ਸ਼ਾਇਦ ਕੋਈ ਕਸਰ ਰਹਿ ਗਈ ਹੋਵੇ, ਫਿਰ ਮਾਂਜਣ ਲੱਗ ਜਾਂਦੇ, ਫਿਰ ਧੋਣ ਲੱਗ ਜਾਂਦੇ, ਫਿਰ ਲੱਗ ਗਏ। ਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਤੁਸੀਂ ਮਾਈਆਂ ਪੁਰਾਣੀਆਂ ਨੂੰ ਪੁੱਛੋ, ਜੇ ਕੋਈ ਭਾਂਡਾ ਕਿਸੇ ਦਾ ਜ਼ਿਆਦਾ ਜੂਠਾ ਸਮਝ ਲੈਂਦੇ ਸੀ ਨਾ ਵੀ ਇਹ ਕਿਸੇ ਦੂਜੇ ਬੰਦੇ ਨੇ ਵਰਤ ਲਿਆ, ਉਹ ਭਾਂਡੇ ਨੂੰ ਵੀ ਚੁੱਕ ਕੇ ਚੁੱਲ੍ਹੇ 'ਚ ਸੜ ਦਿੰਦੀਆਂ ਸੀ। ਅੱਗ 'ਚ ਸੜ ਕੇ ਸੁੱਚਾ ਹੋ ਜਾਏਗਾ ਵੀ ਅੱਗ ਦੇ ਵਿੱਚ ਸਾਰੇ ਕੀਟਾਣੂ ਜਿਹੜੇ ਜਰਾਸੀਮ ਮਰ ਜਾਂਦੇ ਆ ਤੇ ਬਿਲਕੁਲ ਸੁੱਚਾ ਹੋ ਜਾਂਦਾ। ਉਹ ਸਾਧ ਨੂੰ ਵੀ ਵਹਿਮ ਪਿਆ, ਕਹਿੰਦਾ ਉਹਨੇ ਮਾਂਜਿਆ ਦਾ ਬੜੀ ਤਰ੍ਹਾਂ ਅੰਗੂਠਾ ਪੈਰ ਦਾ, ਪਰ ਉਹਦਾ ਵਹਿਮ ਨਾ ਨਿਕਲਿਆ। ਉਹ ਸ਼ੇਸ਼ਨਾਗ ਕੋਲ ਚਲਾ ਗਿਆ। ਸ਼ੇਸ਼ਨਾਗ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਥੋੜ੍ਹੀ ਜਿਹੀ ਕਿਰਪਾ ਕਰੋ, ਆ ਮੇਰਾ ਪੈਰ ਸੁੱਚਾ ਕਰੋ, ਮਾੜੀ ਜਿਹੀ ਫੂਕ ਮਾਰੋ, ਕਿਉਂਕਿ ਜਿਹੜਾ ਸੱਪ ਹੈ ਨਾ ਉਹ ਫੂਕ ਮਾਰ ਅੱਗ ਹੁੰਦੀ ਉਹਦੇ ਅੰਦਰ, ਸਾੜ ਦਿੰਦਾ ਵੱਡਾ। ਇਹ ਛੋਟੇ ਮੋਟੇ ਤਾਂ ਕਈ ਨੇ। ਉਹ ਸ਼ੇਸ਼ਨਾਗ ਜਿਹੜਾ ਨਾਗਾਂ ਦਾ ਰਾਜਾ ਹੈ, ਇਹ 9 ਨਾਗ ਨੇ, ਬਾਸ਼ਕ ਨਾਗ, ਸ਼ੇਸ਼ ਨਾਗ, ਤਛਕ ਨਾਗ ਵਗੈਰਾ। ਉਹ ਗਿਆ, ਕਹਿੰਦਾ ਜੀ ਫੂਕ ਮਾਰ ਦਿਓ। ਉਹ ਕਹਿੰਦਾ ਪੰਡਤ ਜੀ ਬਹਿ ਜਾਓ। ਕਹਿੰਦਾ ਨਹੀਂ, ਬਹਿਣ ਦਾ ਟਾਈਮ ਨਹੀਂ, ਛੇਤੀ ਕਰੋ, ਫੂਕ ਮਾਰੋ ਤੇ ਮੈਂ ਜਾਵਾਂ ਸੁੱਧ ਹੋਵਾਂ। ਸ਼ੇਸ਼ਨਾਗ ਨੇ ਆਪਣੇ ਵਜ਼ੀਰ ਨੂੰ ਆਵਾਜ਼ ਮਾਰੀ, ਕਹਿੰਦਾ ਜਾ, ਆਪਣੀਆਂ ਕਈ ਦੇ ਅਸਲੀ ਕੁਲਾਂ ਨੇ, 101 ਕੁਲਾਂ ਨੇ ਸੱਪਾਂ ਦੀਆਂ ਅਸਲੀ। ਕਹਿੰਦਾ ਡੁਪਲੀਕੇਟ ਵੀ ਨੇ 101, ਕਿਉਂਕਿ ਜਿਹੜੀ ਚੀਜ਼ ਅਸਲ ਹੁੰਦੀ ਹੈ ਨਾ ਉਹਦੀ ਨਕਲ ਨਾਲ ਹੀ ਹੁੰਦੀ ਹੈ। ਕਹਿੰਦਾ ਜਿਹੜਾ ਨਕਲੀਆਂ ਵਿੱਚੋਂ ਵੀ ਸਭ ਤੋਂ ਕਮਜ਼ੋਰ ਹੈ ਤੇ ਕੱਲ ਜੰਮਿਆ ਕਾਕਾ, ਉਹ ਲੈ ਕੇ ਆ। ਉਹ ਪੰਡਿਤ ਕਹਿੰਦਾ ਮਹਾਰਾਜ ਉਹ ਤੋਂ ਕੀ ਕਰਾਉਣਾ, ਤੁਸੀਂ ਆਪ ਫੂਕ ਮਾਰੋ, ਮੈਂ ਜਾਵਾਂ। ਉਹ ਕਹਿੰਦੇ ਠਹਿਰ ਤਾਂ ਸਹੀ ਪੰਡਿਤ ਜੀ, ਉਹ ਜਿਹੜਾ ਸਭ ਤੋਂ ਨਕਲੀਆਂ ਵਿੱਚੋਂ ਵੀ ਜਿਹੜਾ ਮਾੜਾ ਜਿਹਾ ਛੋਟਾ ਜਿਹਾ ਬੱਚਾ ਜਿਹਾ ਲਿਆਂਦਾ ਨਾ ਜੰਮਿਆ, ਉਹਨੂੰ ਲੈ ਆਏ। ਵਜ਼ੀਰ ਕਹਿੰਦਾ ਜੀ ਆ ਗਿਆ ਭੁਜੰਗੀ। ਉਹਨੇ ਆਖਿਆ ਭੁਜੰਗੀਆ ਮਾਰ ਫੂਕ ਜਰਾ। ਭੁਜੰਗੀ ਦਾ ਮਤਲਬ ਭੂ ਜੰਗ, ਧਰਤੀ ਦਾ ਅੰਗ ਜੋ ਹੈ, ਜੋ ਧਰਤੀ ਦੇ ਵਿੱਚ ਹੀ ਰਹਿੰਦਾ, ਧਰਤੀ ਥਾਂ ਦਿੰਦੀ ਸੱਪ ਨੂੰ, ਜੋ ਭੂ ਦਾ ਅੰਗ ਹੈ, ਭੁਯੰਗ। ਤੇ ਤੁਸੀਂ ਜਾਪ ਸਾਹਿਬ ਵੀ ਪੜ੍ਹਿਆ ਹੋਣਾ, ਭੁਜੰਗ ਪਰਿਆਤ ਛੰਦ, ਉਹਦਾ ਮਤਲਬ ਸੱਪ ਦੀ ਤਰ੍ਹਾਂ ਚਾਲ ਹੈ ਜਿਹਦੀ। ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ। ਉਹਨੇ ਕਿਹਾ ਭੁਜੰਗੀਆ ਫੂਕ ਮਾਰ, ਪੰਡਿਤ ਜੀ ਉਹਨਾਂ ਦਾ ਪੈਰ ਸੁੱਚਾ ਕਰ ਦੇ। ਉਹਨੇ ਮਾੜੀ ਜਿਹੀ ਫੂਕ ਮਾਰੀ, ਪੰਡਿਤ ਹੋਰਾਂ ਦੀ ਗੋਡੇ ਤੋਂ ਉੱਪਰ ਤੱਕ ਲੱਤ ਹੀ ਉੱਡ ਗਈ। ਜਦੋਂ ਲੱਤ ਉੱਡ ਗਈ, ਕਹਿੰਦਾ ਇਹ ਕੀ ਕੀਤਾ? ਸ਼ੇਸ਼ਨਾਗ ਕਹਿੰਦਾ ਤੂੰ ਤੇ ਮੈਨੂੰ ਕਹਿੰਦਾ ਸੀ ਫੂਕ ਮਾਰਨ ਨੂੰ, ਮੈਂ ਫੂਕ ਮਾਰਾਂ ਤੇ ਬ੍ਰਹਮੰਡ ਉਡਾ ਦਿਆਂ। ਇਹ ਤੇ ਗੱਲ ਹੀ, ਤੇਰੀ ਲੱਤ ਤਾਂ ਕੀ ਹੈ,
ਔਰੰਗਜ਼ੇਬ ਜਿਸ ਦਿਨ ਮੇਰੇ ਖਾਲਸੇ ਨੇ ਫੁਰਾਟਾ ਮਾਰਿਆ ਦਿੱਲੀ ਉੱਡ ਜੇਗੀ। ਮਹਾਰਾਜ ਕਹਿੰਦੇ ਕਿ ਬਾਕੀ ਬਾਮਾਂ ਦਸਤ ਪੇਚੀ ਦਾ ਮਾਰ। ਕੀ ਹੋਇਆ? ਜੇ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਅਜੇ ਤੱਕ ਸਿੰਘ ਪੈਦਾ ਹੋਇਆ ਖਾਲਸਾ ਤਦ ਕੁੱਤੇ ਸਿੰਘ ਭੁਜੰਗੀਏ। ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਦੀ 41ਵੀਂ ਵਾਰ, ਜਿਹਨੂੰ ਭਗਉਤੀ ਦੀ ਵਾਰ ਵੀ ਕਹਿੰਦੇ ਨੇ, ਉਹ ਵਾਰ 41ਵੀਂ ਵਾਰ ਉਹਦੇ 'ਚ ਬਚਨ ਆਇਆ, ਵੈ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ। ਜਿਨ ਅਲਖ ਅਭਾ ਨਿਰੰਜਨਾ ਜਪਿਓ ਕਰਤਾਰਾ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਸਿਰ ਕੇਸ ਧਾਰ ਗੈ ਖੜਗ ਕੋ ਸਭ ਦੁਸ਼ਟ ਪਛਾਰਾ। ਤਦ ਕੁੱਤੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ। ਤਿਨ ਆਗੇ ਕੋਏ ਨਾ ਠਹਿਰਿਓ ਭਾਗੇ ਸਿਰਦਾਰਾ। ਰਾਜੇ ਸ਼ਾਹ ਵਜ਼ੀਰੜੇ ਸਭ ਹੋਏ ਇਸ਼ਾਰਾ। ਉਹ ਮਹਾਰਾਜ ਕਹਿੰਦੇ ਖਾਲਸਾ ਜਿਉਂਦਾ ਜੇ ਤੇ ਸਦਾ ਹੀ ਅਮਰ ਰਹਿਣਾ ਹੈ। ਔਰੰਗਜ਼ੇਬ ਐਸੀ ਫੂਕ ਮਾਰੇਗਾ ਵੀ ਤੇਰਾ ਕੱਖ ਕਾਨਾ ਸਾਫ਼ ਕਰ ਦੇਗਾ, ਕੁਝ ਨਹੀਂ ਛੱਡੇਗਾ। ਜੇ ਮਰਦੀ ਕੇ ਅਕਗਰ ਖਮੋਸ਼ਾ ਕੁਣੀ। ਇਹ ਕਾਦੀ ਬਹਾਦਰੀ ਹੈ ਔਰੰਗਜ਼ੇਬ ਵੀ ਅੱਗ ਦੇ ਨਿੱਕੇ ਨਿੱਕੇ ਚੰਗਿਆੜੇ ਬੁਝਾ ਦੇਣੇ। ਇਹ ਕੋਈ ਬਹਾਦਰੀ ਹੈ? ਛੋਟੇ ਛੋਟੇ ਚੰਗਿਆੜੇ ਅੱਗ ਦੇ ਬੁਝਾ ਦੇਣ ਨਾਲ ਅੱਗ ਨਹੀਂ ਬੁਝਦੀ। ਕਿ ਆਤਸ਼ ਦਮਾਰਾ ਬਦੌਰਾ ਕੁਣੀ। ਜਿਹੜੀ ਅੱਗ ਭੜ ਭੜ ਕਰਕੇ ਬਲ ਰਹੀ ਹੈ ਨਾ, ਉਹ ਸਾੜ ਕੇ ਸੁਆਹ ਕਰ ਦੇਗੀ। 4 ਚੰਗਿਆੜੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਉਹ 4 ਚੰਗਿਆੜੇ ਤੋਂ ਬੁਝਾ ਤੇ, ਪਰ ਜਿਹੜੀ ਅੱਗ ਹੈ ਉਹ ਤਾਂ ਨਹੀਂ ਨਾ ਬੁਝੀ ਅਜੇ। ਅੱਗ ਤਾਂ ਨਹੀਂ, ਚੰਗਿਆੜੇ ਬੁਝਾਉਣ ਨਾਲ ਅੱਗ ਥੋੜਾ ਬੁਝਦੀ ਹੈ। ਚੰਗਿਆੜੇ ਦਾ ਉੱਪਰ ਨਿਕਲਦੇ ਆ, ਚਮਕਦੇ ਆ, ਉਹ ਬੁਝ ਗਏ। ਪਰ ਜਿਹੜੀ ਅੱਗ ਥੱਲੇ ਹੈ ਉਹ ਤੈਨੂੰ ਸਾੜਨ ਵਾਸਤੇ ਹੀ ਹੈ, ਉਹ ਤੈਨੂੰ ਬਰਬਾਦ ਕਰਨ ਵਾਸਤੇ ਹੈ। ਔਰੰਗਜ਼ੇਬ ਉਹ ਅੱਗ ਬਲ ਰਹੀ ਹੈ ਕਿ ਆਤਸ਼ ਦਮਾਰਾ ਬਦੌਰਾ ਕੋਨੀ। ਅੱਗੇ ਨਾਲੋਂ ਵੀ ਅੱਗ ਤੇਜ਼ ਹੋ ਚੁੱਕੀ ਹੈ। ਅੱਗੇ ਅਜੀਤ ਸਿੰਘ ਕੱਲਾ ਸੀ, ਜੁਝਾਰ ਸਿੰਘ ਕੱਲਾ ਸੀ, ਹੁਣ ਸਾਰੇ ਅਜੀਤ ਸਿੰਘ ਬਣ ਜਾਣਗੇ, ਹੁਣ ਸਾਰੇ ਜੁਝਾਰ ਸਿੰਘ ਬਣ ਜਾਣਗੇ, ਹੁਣ ਸਾਰੇ ਜੋਰਾਵਰ ਸਿੰਘ ਬਣ ਜਾਣਗੇ, ਸਾਰੇ ਫਤਿਹ ਸਿੰਘ ਬਣ ਜਾਣਗੇ। ਕਿੰਨਿਆਂ ਨੂੰ ਨੀਹਾਂ 'ਚ ਚਿਣੇਗਾ, ਕਿੰਨਿਆਂ ਨੂੰ ਮਾਰੇਗਾ, ਐਡੇ ਐਡੇ ਸੂਰਮੇ ਨਿਤਰਨਗੇ। ਜੇ ਖੁਸ਼ ਗੁਪਤ ਫਿਰ ਦੋਸ਼ੀ ਹੈ ਖੁਸ਼ ਜ਼ਬਾਨ। ਮਹਾਰਾਜ ਕਹਿੰਦੇ ਕੈਸਾ ਸੋਹਣਾ ਫਿਰਦੋਸ਼ੀ ਨੇ ਕਲਾਮ ਕਿਹਾ। ਫਾਰਸੀ ਦੇ ਵਿੱਚ ਸਾਧ ਸੰਗਤ ਜੀ, ਜਿਵੇਂ ਅੰਗਰੇਜ਼ੀ 'ਚ ਸ਼ੇਕਸਪੀਅਰ ਵਰਗੇ ਕਵੀ ਹੋਏ, ਫਾਰਸੀ ਦੇ ਵਿੱਚ ਫਿਰਦੋਸ਼ੀ ਕਵੀ ਹੋਇਆ। ਉਸ ਕਵੀ ਫਿਰਦੋਸ਼ੀ ਨੇ ਸ਼ਾਹਨਾਮਾ ਲਿਖਿਆ, ਬਹੁਤ ਵੱਡਾ, ਜਿਹੜਾ ਆਪਣਾ ਗ੍ਰੰਥ ਸੂਰਜ ਪ੍ਰਕਾਸ਼ ਹੈ, ਓਡਾ ਵੱਡਾ ਹੀ ਉਹ ਗ੍ਰੰਥ ਕਵੀ ਕਵਿਤਾ ਦਾ ਲਿਖਿਆ ਹੋਇਆ। ਮੇਰਾ ਖਿਆਲ 9-10 ਜਿਲਦਾਂ ਵਿੱਚ ਉਹ ਛਪਦਾ ਹੈ, ਇਸ ਤੋਂ ਵੀ ਜ਼ਿਆਦਾ ਹੋਵੇ ਤਾਂ ਫਿਰਦੋਸ਼ੀ ਕਵੀ ਨੇ ਲਿਖਿਆ ਫਾਰਸੀ ਭਾਸ਼ਾ। ਉਸ ਨੇ ਆਪਣੇ ਗ੍ਰੰਥ ਵਿੱਚ ਕਮਾਲ ਦੀਆਂ ਗੱਲਾਂ ਲਿਖੀਆਂ, ਕਰੋੜਾਂ ਕਰੋੜਾਂ ਰੁਪਇਆਂ ਦੇ ਬਚਨ ਕਹੇ। ਇੱਕ ਬਚਨ ਗੁਰੂ ਗੋਬਿੰਦ ਸਿੰਘ ਜੀ ਪੜ੍ਹ ਕੇ ਕਹਿੰਦੇ, ਔਰੰਗਜ਼ੇਬ ਤੂੰ ਵੀ ਪੜ੍ਹਿਆ ਹੋਣਾ। ਗੁਰੂ ਸਾਹਿਬ ਮਹਾਰਾਜ ਫਾਰਸੀ ਦੇ, ਅਰਬੀ ਦੇ, ਸੰਸਕ੍ਰਿਤ ਦੇ, ਦੁਨੀਆ ਦੀ ਹਰ ਭਾਸ਼ਾ ਦੇ ਗ੍ਰੰਥ ਪੜ੍ਹੇ ਹੋਏ ਸਨ। ਉਹਨਾਂ ਦੀ ਵਿਦਿਆ ਦਾ ਜੇ ਸਾਧ ਸੰਗਤ ਜੀ ਅੰਦਾਜ਼ਾ ਲਾਣਾ ਹੋਵੇ, ਗਿਆਨ ਪ੍ਰਬੋਧ ਦੇ 2 ਪੰਨਿਆਂ ਤੇ ਕੁੱਲ ਸੰਸਾਰ ਦੀ ਵਿਦਿਆ ਦੀ ਲਿਸਟ ਬਣਾਈ ਹੋਈ ਹੈ। 2 ਪੰਨਿਆਂ ਤੇ ਉਹਨਾਂ ਨੇ ਇੱਕ ਲਿਸਟ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ। ਗਿਆਨ ਪ੍ਰਬੋਧ ਪੋਥੀ 'ਚ ਦੇਖ ਲੈਣਾ, ਉਹਦੇ 'ਚ ਮਹਾਰਾਜ ਨੇ ਦੁਨੀਆ ਦੀਆਂ ਵਿਦਿਆ, ਕੁੱਲ ਕਈ ਕਿਸਮ ਦੀਆਂ ਵਿਦਿਆ, ਸਾਡੇ ਕੋਲੋਂ ਤਾਂ ਉਹ ਨਾਂ ਨਹੀਂ ਯਾਦ ਹੁੰਦੇ ਜਿਹੜੇ ਸਤਿਗੁਰੂ ਸਾਰੀਆਂ ਪੜ੍ਹੇ ਹੋਏ ਸਨ। ਦਰਗਾਹੀ ਖੇਡਾਂ ਸਨ। 52 ਭਾਸ਼ਾ ਸਰਬਲੋਕ ਗ੍ਰੰਥ ਵਿੱਚ ਹਨ, 52 ਭਾਸ਼ਾ। ਅੱਜ 2-4 ਪੜ੍ਹ ਕੇ ਅੰਗਰੇਜ਼ੀ ਦੇ ਅੱਖਰ ਤਾਂ ਉਹ ਪ੍ਰੋਫੈਸਰ ਬਣ ਜਾਂਦੇ ਆ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕੁੱਤਿਆਂ ਦੇ ਬਰਾਬਰ ਵੀ ਸਾਡੇ 'ਚ ਗਿਆਨ ਨਹੀਂ ਆ ਸਕਦਾ। ਸਤਿਗੁਰੂ ਪਾਤਸ਼ਾਹ ਫਿਰਦੋਸ਼ੀ ਨੂੰ ਪੜ੍ਹੇ ਹੋਏ ਨੇ ਤੇ ਫਿਰਦੋਸ਼ੀ ਦੀ ਮਿਸਾਲ ਦਿੰਦੇ ਨੇ ਕਿ ਖੁਸ਼ ਗੁਫਤ ਫਿਰਦੋਸ਼ੀਏ ਖੁਸ਼ ਜ਼ੁਬਾਨ। ਸੋਹਣੀ ਜ਼ੁਬਾਨ ਵਾਲੇ ਫਿਰਦੋਸ਼ੀ ਨੇ ਸੋਹਣਾ ਕਲਾਮ ਕਿਹਾ ਹੈ।
ਸ਼ਿਤਾਬੀ ਬਵਦਕਾਰ ਅਹਰਨਮਾ। ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਵੀ ਪੜਿਆ ਹੋਣਾ ਹੈ। ਫਿਰਦੋਸੀ ਨੇ ਕਿਹਾ ਕਿ ਸ਼ਤਾਬੀ ਕਰਨੀ ਮੂਰਖਾਂ ਦਾ ਕੰਮ ਹੈ, ਅਹਿਮਕਾਂ ਦਾ, ਕਾਹਲੀ ਕਰਨੀ। ਸ਼ਤਾਬੀ ਮੈਨੇ ਕਾਹਲੀ ਕਰਨੀ, ਜਲਦਬਾਜ਼ੀ ਕਰਨੀ, ਜਲਦਬਾਜ਼ੀ ਕਰਨੀ, ਕਾਹਲੀ ਕਰਨੀ ਮੂਰਖਾਂ ਦਾ ਕੰਮ ਹੈ। ਮੂਰਖ ਬੰਦੇ ਕਾਹਲੀ ਵਿੱਚ ਕੰਮ ਵਿਗਾੜ ਕੇ ਪਿੱਛੋਂ ਪਛਤਾਉਂਦੇ ਰਹਿੰਦੇ ਆ। ਜੇ ਦਿਮਾਗ ਹੁੰਦਾ ਸੂਬੇ ਸਰਹੰਦ ਦਾ, ਦਿਮਾਗ ਹੁੰਦਾ ਔਰੰਗਜ਼ੇਬ ਦਾ, ਸੋਚਦੇ ਇਹਨਾਂ ਬੱਚਿਆਂ ਨੂੰ ਜਵਾਨ ਹੋਣ ਦਿਓ, ਵੇਖੋ ਕੀ ਕਰਦੇ ਨੇ। ਪਰ ਕਾਹਲੀ ਇੰਨੀ ਕੀਤੀ ਕਿ ਚੌਥੇ ਪੰਜਵੇਂ ਦਿਨ ਸ਼ਹੀਦ ਵੀ ਕਰ ਦਿੱਤੇ। ਇਹ ਕਾਹਲੀ ਵਿੱਚ ਆਨੰਦਪੁਰ ਤੇ ਹਮਲੇ ਕੀਤੇ, ਕਾਹਲੀ ਚਮਕੌਰ ਤੇ ਹਮਲੇ ਕੀਤੇ, ਕਾਹਲੀ 'ਚ ਸਰਹੰਦ ਦਾ ਵਸਾਕਾ ਕੀਤਾ। ਮਹਾਰਾਜ ਕਹਿੰਦੇ ਗਲਤੀ ਦੇ ਕਰ ਬੈਠਾ, ਹੁਣ ਭੱਜ ਭੱਜ ਪਛਤਾਏਗਾ। ਸਿੰਘ ਬਦਲੇ ਗਿਣ ਗਿਣ ਕੇ ਲੈਣਗੇ ਕਿ ਸ਼ਤਾਦੀ ਬਵਦਕਾਰ ਆਹਿਰ ਮਨਾ। ਇਹ ਫਿਰਦੋਸੀ ਨੇ ਕਿਹਾ, ਤੇਰੇ ਫਾਰਸੀ ਦੇ ਕਵੀ ਨੇ ਕਿਹਾ, ਤੂੰ ਪੜ੍ਹਿਆ ਹੋਇਆ। ਕਿਉਂਕਿ ਔਰੰਗਜ਼ੇਬ ਵੀ ਬਹੁਤ ਵਿਦਵਾਨ ਆਦਮੀ ਸੀ। ਜਦੋਂ ਉਹਨੇ ਆਹ ਚੀਜ਼ਾਂ ਪੜ੍ਹੀਆਂ, ਸਾਧ ਸੰਗਤ ਜੀ, ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ, ਰੰਭਾ ਭੋਗਣ ਕੋ ਜੋ ਸੁਖ ਜਾਣਤ ਸ਼ੱਕਰ ਨਾ ਆਨ। ਕਿਸੇ ਵਿਦਵਾਨ ਨੇ ਲਿਖਿਆ ਕਿ ਵਿਦਵਾਨ ਦਾ ਪਤਾ ਵਿਦਵਾਨ ਨੂੰ ਹੁੰਦਾ, ਵਪਾਰ ਦਾ ਪਤਾ ਵਪਾਰੀ ਨੂੰ ਹੁੰਦਾ, ਯੋਧਿਆਂ ਦਾ ਪਤਾ ਯੋਧਿਆਂ ਨੂੰ ਹੁੰਦਾ। ਜਿਹੜੀ ਚੀਜ਼ ਦਾ ਬੰਦਾ ਰਾਹ ਹੀ ਨਹੀਂ, ਉਹਨੂੰ ਉਹਦਾ ਕੀ ਪਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਯੋਧਿਆਂ ਚੋਂ ਯੋਧੇ, ਕਵੀਆਂ ਚੋਂ ਕਵੀ, ਵਿਦਵਾਨਾਂ ਚੋਂ ਵਿਦਵਾਨ, ਜਰਨੈਲਾਂ ਚੋਂ ਜਰਨੈਲ, ਸ਼ਹਿਨਸ਼ਾਹ ਚੋਂ ਸ਼ਹਿਨਸ਼ਾਹ। ਔਰੰਗਜ਼ੇਬ ਬਾਦਸ਼ਾਹ ਪੜ੍ਹ ਕੇ ਦੰਗ ਰਹਿ ਗਿਆ, ਕਹਿਣ ਲੱਗਾ ਕਵੀ ਤਾਂ ਮੈਂ ਬੜੇ ਬੜੇ ਪੜ੍ਹੇ, ਵਿਦਵਾਨ ਮੈਂ ਬੜੇ ਬੜੇ ਪੜ੍ਹੇ, ਪਰ ਆਹ ਚੀਜ਼ ਮੈਂ ਕਿਤੇ ਨਹੀਂ ਵੇਖੀ। ਸਤਿਗੁਰੂ ਅੱਖਰ ਜੋੜ ਜੋੜ ਕੇ ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ ਕਰੇ ਹਾਕੁਨ ਰਹੀਮ। ਐਸੀ ਛੰਦਾਬੰਦੀ, ਐਸੇ ਕਮਾਲ ਦੇ ਸ਼ਬਦ ਜੜ ਰਹੇ ਆ। ਫਿਰ ਪ੍ਰਮਾਣ ਦਿੱਤਾ ਫਿਰਦੋਸੀ ਦਾ। ਕਹਿੰਦੇ ਤੁਹਾਡੇ ਮੁਸਲਮਾਨ ਵਿਦਵਾਨ ਕਵੀ ਫਿਰਦੋਸੀ ਨੇ ਕਿਹਾ ਕਿ ਕਾਹਲ ਕਰਨੀ ਸ਼ੈਤਾਨਾਂ ਦਾ ਕੰਮ ਹੈ, ਮੂਰਖਾਂ ਦਾ ਕੰਮ ਹੈ। ਤੋ ਬੜਾ ਵੱਡਾ ਕੰਮ ਕਾਹਲੀ 'ਚ ਤੁਸੀਂ ਵਿਗਾੜ ਬੈਠੇ ਹੋ। ਕਿ ਮਾਂ ਬਾਰ ਗਏ ਹਜ਼ਰਤ ਆਇਮ ਸ਼ੁਮਾਰ। ਮਹਾਰਾਜ ਕਹਿੰਦੇ ਮੈਂ ਅਕਾਲ ਪੁਰਖ ਦੀ ਕਚਹਿਰੀ 'ਚ ਆਵਾਂਗਾ ਜਦੋਂ ਪਰਮੇਸ਼ਰ ਬੁਲਾਏਗਾ। ਹਜ਼ਾਰ ਰੋਜ਼ ਬਾਸੀਮ ਸ਼ਾਇਦ ਸ਼ੁਮਾਰ। ਜਿਸ ਦਿਨ ਵਾਹਿਗੁਰੂ ਦੀ ਕਚਹਿਰੀ 'ਚ ਆਮਣੇ ਸਾਹਮਣੇ ਹੋਵਾਂਗੇ ਔਰੰਗਜ਼ੇਬ, ਉਸ ਵੇਲੇ ਅਸੀਂ ਸਾਰੀਆਂ ਗੱਲਾਂ ਦਾ ਤੇਰੇ ਸਾਹਮਣੇ ਖੁਲਾਸਾ ਕਰਾਂਗੇ। ਪਰਮਾਤਮਾ ਦੀ ਦਰਗਾਹ 'ਚ ਪੁੱਛਾਂਗੇ ਕਿਆ ਤੈਂ ਖੱਟਿਆ, ਕਹਾਂ ਗਵਾਇਆ। ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਉੱਥੇ ਹਰ ਗੱਲ ਅਸੀਂ ਤੇਰੀ ਜਿਹੜੀ ਹੈ ਉਹ ਤੇਰੇ ਸਾਹਮਣੇ ਖੋਲ ਦਿਆਂਗੇ ਵੀ ਤੂੰ ਆਹ ਕੀਤਾ, ਤੂੰ ਆਹ ਕੀਤਾ, ਤੂੰ ਆਹ ਕੀਤਾ ਸਾਡੇ ਨਾਲ। ਖੁਦਾ ਦੀ ਕਚਹਿਰੀ 'ਚ ਤੂੰ ਇੱਥੇ ਨਹੀਂ ਸੁਣਦਾ, ਉੱਥੇ ਤਾਂ ਤੈਨੂੰ ਜਵਾਬ ਦੇਣਾ ਪਏਗਾ ਨਾ। ਉੱਥੇ ਤਾਂ ਹਰ ਗੱਲ, ਉੱਥੇ ਤਾਂ ਉਹ ਸੱਚੇ ਹੀ ਸੱਚ ਨਿਬੜਾ। ਚੁਣ ਵਕਤ ਕੱਢੇ ਜਜਮਾਲਿਆ, ਤੋ ਉੱਥੇ ਤਾਂ ਜਾਣਾ ਹੀ ਹੈ। ਜੇ ਤੂੰ ਇੱਥੇ ਨਹੀਂ ਸਾਡੇ ਨਾਲ ਪੂਰਾ ਉਤਰਦਾ ਤਾਂ ਉੱਥੇ ਤਾਂ ਮਿੱਤਰਾ ਹਿਸਾਬ ਲਵਾਂਗੇ ਤੇਰੇ ਤੋਂ। ਇਹ ਭਜਨ ਸਾਹਿਬ ਜੀ ਕਹਿ ਰਹੇ ਨੇ। ਅਗਲੇ ਪ੍ਰਕਰਨਾਂ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਨਾਥ ਸਖੇ ਦੀਨ, ਹੇ ਸਮਰਾਥ ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਬਸਤ, ਨਾਨਕ ਪਾਏ ਕਾਟੇ ਮਿਟੇ ਗਵਨ ਫਤਿਹ ਭਈ। ਨਾਨਕ ਗੁਰ ਤੇ ਥਿਤ ਪਾਈ, ਫਿਰ ਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।